ਨੈਸ਼ਨਲ ਫਲੈਗ ਦੇ ਥੱਲੇ ਦੂਸਰਾ ਫਲੈਗ ਜਾਣਾ ਜਾਂ ਉਹਦੀ ਪ੍ਰੋਕਸੀਮਿਟੀ 'ਚ ਕੋਈ ਹੋਰ ਫਲੈਗ ਜਾਂ ਹਜ਼ਾਰੋਂ ਫਲੈਗ ਉਹਦੇ ਨਾਲ ਹੋ ਜਾਣੇ, ਇਹ ਕੋਈ ਇਨਸਲਟ ਨਹੀਂ ਹੈ। ਨੈਸ਼ਨਲ ਫਲੈਗ ਦਾ ਕੋਈ ਡਿਸਆਨਰ ਨਹੀਂ ਹੋਇਆ ਲਾਲ ਕਿਲ੍ਹੇ ਵਿੱਚ ਉਸ ਦਿਨ। ਇੱਕ ਪ੍ਰਾਈਵੇਟ ਕੰਪਨੀ ਨੂੰ ਟੂਰਿਸਟ ਮੈਨੇਜਮੈਂਟ ਲਈ ਦੇ ਦਿੰਦੇ ਹੋ, ਫਿਰ ਉਹ ਨੈਸ਼ਨਲ ਮੋਨੂਮੈਂਟ ਨਹੀਂ ਰਹਿ ਜਾਂਦਾ। ਜੇ ਤੁਸੀਂ ਕਹਿੰਦੇ ਕਿ ਬਿਲਡਿੰਗ ਹੀ ਬੜੀ ਵੱਡੀ ਦੇਸ਼ ਦਾ ਸਿੰਬਲ ਹੈ, ਫਿਰ ਉਹਨੂੰ ਕਦੇ ਵੀ ਪ੍ਰਾਈਵੇਟ ਮੈਨੇਜਮੈਂਟ ਵੱਲੋਂ ਇੱਕ ਟੂਰਿਸਟ ਦਾ ਸਥਾਨ ਨਹੀਂ ਸੀ ਬਣਾਉਣਾ ਚਾਹੀਦਾ। ਤੇ ਇੱਕ ਧਰਮ ਦਾ ਚਿੰਨ੍ਹ ਜਾਂ ਅਲੱਗ ਫਲੈਗ ਕੋਈ ਲਹਿਰਾ ਦੇ ਤਾਂ ਉਹਦੇ ਵਿੱਚ ਨੈਸ਼ਨਲ ਫਲੈਗ ਦੀ ਇੱਜ਼ਤ ਹੀ ਵੱਧਦੀ ਹੈ। ਤੁਹਾਡਾ ਪ੍ਰੈਜ਼ੀਡੈਂਟ 5 ਲੱਖ ਦੇ ਰਿਹਾ ਹੈ ਰਾਮ ਮੰਦਰ ਲਈ, ਉਹ ਐਕਚੁਅਲੀ ਸੰਵਿਧਾਨ ਦੀ ਬੇਇੱਜ਼ਤੀ ਵੀ ਕਰ ਰਿਹਾ ਹੈ, ਉਹਦੀ ਉਲੰਘਣਾ ਵੀ ਕਰ ਰਿਹਾ ਹੈ। ਕੱਲ ਨੂੰ ਕੋਈ ਪ੍ਰਾਈਵੇਟ ਕੰਪਨੀ ਜਿਹਨੂੰ ਦਿੱਤਾ ਗਿਆ ਉਹ ਆਪਣਾ ਝੰਡਾ ਲਗਾ ਸਕਦੀ ਹੈ ਉੱਥੇ ਲਾਲ ਕਿਲ੍ਹੇ ਤੇ। ਤੁਸੀਂ ਉਹਨਾਂ ਨੂੰ ਲਾਲ ਕਿਲ੍ਹੇ ਜਿੱਥੇ ਬੋਰਡ ਲੱਗਿਆ ਹੋਇਆ ਥੱਲੇ ਲਿਖਤਾ ਡਾਲਮੀਆ ਭਾਰਤ। ਬੇਅਦਬੀ ਹੋ ਗਈ ਹੈ ਤਿਰੰਗੇ ਦੀ। ਸਭ ਤੋਂ ਵੱਡਾ ਸਵਾਲ ਹੈ ਕਿ ਇਸ ਉੱਪਰ ਦਿੱਲੀ ਪੁਲਿਸ ਕੋਈ ਐਫਆਈਆਰ ਦਰਜ ਕਰ ਸਕਦੀ ਹੈ ਕਿਸੇ ਵੀ ਨੌਜਵਾਨ ਤੇ? ਚਲੋ ਜਿੰਨੇ ਐਫਆਈਆਰ ਦੀ ਕਾਪੀ ਸਾਡੇ ਕੋਲ ਆਈ ਹੈ ਉਹਦੇ ਵਿੱਚ ਦੇਸ਼ ਤੋਂ ਉਹਦਾ ਸੈਕਸ਼ਨ ਨਹੀਂ ਹੈਗਾ। ਯੂਐਪਾ ਵੀ ਨਹੀਂ ਲੱਗ ਸਕਦੀ, ਯੂਏਪੀ ਵੀ ਲੱਗਾ ਨਹੀਂ ਹੈ। ਕੋਈ ਹੋਰ ਜ਼ਿਆਦਾ ਮੁਸਲਿਮ ਕਹਿ ਲਈਏ, ਈਸਾਈ ਕਹਿ ਲਈਏ, ਹਿੰਦੂ ਕਹਿ ਲਈਏ, ਉਹ ਵੀ ਝੰਡਾ ਲਗਾ ਸਕਦੇ ਨੇ ਬਿਲਡਿੰਗ ਦੇ ਉੱਤੇ ਲਾਲ ਕਿਲ੍ਹੇ ਦੀ। ਤੁਹਾਡੇ ਨੇਸ਼ਨ 'ਚ ਧਰਮ ਹੈ, ਤੁਹਾਡੇ ਸਿਟੀਜ਼ਨ ਇਹ ਧਰਮਾਂ ਦੀ ਪੂਜਾ ਕਰਦੇ ਨੇ, ਉਹਨਾਂ 'ਚ ਹਜ਼ਾਰਾਂ ਬਿਲਡਿੰਗਾਂ ਇਸ ਕੰਟਰੀ ਜਿੱਥੇ ਝੰਡੇ ਲਹਿਰਾ ਰਹੇ ਨੇ, ਇਹ ਇਨਸਲਟ ਕਿਵੇਂ ਹੋ ਸਕਦਾ ਹੈ? ਕਿ ਪੀਐਮ ਸਾਹਿਬ ਜਿਵੇਂ ਪੂਜਾ ਕਰਦੇ ਨੇ ਸੰਸਦ ਵਿੱਚ ਜਾ ਕੇ, ਕਿ ਸੰਵਿਧਾਨ ਦੇ ਤਹਿਤ ਲਿਖਿਆ ਗਿਆ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਇੱਕ ਪਾਰਟੀਕੂਲਰ ਕਿਸੇ ਵੀ ਜਾਤ ਦੀ ਜਾਂ ਕਿਸੇ ਵੀ ਧਰਮ ਨੂੰ ਲੈ ਕੇ ਪੂਜਾ ਕਰ ਸਕਦੇ, ਇਹ ਸਹੀ ਕਿ ਗਲਤ ਹੈ? ਤੁਸੀਂ ਸਿੱਧੇ ਸਾਰੇ ਆਮ ਰਾਮ ਮੰਦਰ ਦੇ ਨਾਮ ਤੇ ਵੋਟ ਮੰਗ ਰਹੇ ਹੋ, ਤਾਂ ਇਸ ਤੋਂ ਵੱਡੀ ਵਾਇਓਲੇਸ਼ਨ ਸੰਵਿਧਾਨ ਦੀ, ਰੀਅਲ ਬੇਅਦਬੀ ਸੰਵਿਧਾਨ ਦੀ ਇਹ ਮੌਜੂਦਾ ਸਰਕਾਰ ਕਰ ਰਹੀ ਹੈ, ਮੌਜੂਦਾ ਸਰਕਾਰ ਦੀ ਪਾਰਟੀ ਕਰ ਰਹੀ ਹੈ। ਇਸ ਕਰਕੇ ਸਰਕਾਰ ਜਿੱਦਾਂ ਪਾਣੀ ਨਹੀਂ ਕਿਸੇ ਦਾ ਬੰਦ ਕਰ ਸਕਦੀ, ਉਸੇ ਤਰ੍ਹਾਂ ਇੰਟਰਨੈਟ ਵੀ ਨਹੀਂ ਬੰਦ ਕਰ ਸਕਦੀ, ਕਿਉਂਕਿ ਰਾਈਟ ਟੂ ਲਾਈਫ, ਜੀਵਨ ਦੇ ਅਧਿਕਾਰ ਦੇ 'ਚ ਹੁਣ ਇੰਟਰਨੈਟ ਪਾਰਟ ਬਣ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਜਾਂਦਾ ਹੈ, ਉਸ ਤੋਂ ਬਾਅਦ ਚਰਚਾ ਚੱਲ ਪੈਂਦੀ ਹੈ ਕਿ ਉਹ ਝੰਡਾ ਨਹੀਂ ਲਹਿਰਾਇਆ ਜਾਣਾ ਚਾਹੀਦਾ ਸੀ। ਅਲੱਗ-ਅਲੱਗ ਜਗ੍ਹਾ ਤੋਂ ਚਰਚਾ ਚੱਲਦੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨੈਸ਼ਨਲ ਫਲੈਗ ਜੋ ਬੇਅਦਬੀ ਕਰਦਾ ਹੈ ਉਸ ਉੱਪਰ ਕਿਹੜੀ ਧਾਰਾਵਾਂ ਲੱਗ ਸਕਦੀਆਂ ਨੇ। ਸਭ ਤੋਂ ਵੱਡਾ ਸਵਾਲ ਹੈ ਕਿ ਬੇਅਦਬੀ ਕਿਹੜੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਕਾਨੂੰਨ ਦੇ ਜਾਂ ਸੰਵਿਧਾਨ ਦੇ ਤਹਿਤ ਇਹੋ ਜਿਹੇ ਕਿਹੜੇ ਕਾਨੂੰਨ ਬਣੇ ਨੇ ਜਿਸ ਦੇ ਨਾਲ ਬੇਅਦਬੀ ਕਰਨ ਤੇ ਸਜ਼ਾ ਹੋ ਸਕਦੀ ਹੈ। ਆਪਾਂ ਦੇਖਿਆ ਸੀ ਕਿ ਪੂਰੇ ਭਾਰਤ ਵਿੱਚ ਚਰਚਾ ਚੱਲੀ ਹੋਈ ਹੈ ਕਿ ਬੇਅਦਬੀ ਹੋ ਗਈ ਹੈ, ਤਿਰੰਗੇ ਦੇ ਨਾਲ ਉਹ ਝੰਡਾ ਕੇਸਰੀ ਨਹੀਂ ਲਹਿਰਾਉਣਾ ਚਾਹੀਦਾ ਸੀ। ਕੀ ਵਾਕਈ ਹੀ ਝੰਡਾ ਲਹਿਰਾਇਆ ਜਾ ਸਕਦਾ ਕੇਸਰੀ, ਜਾਂ ਕਿਸੇ ਵੀ ਧਰਮ ਦਾ ਚਿੰਨ੍ਹ ਜਿਹੜਾ ਹੈਗਾ ਲਾਲ ਕਿਲ੍ਹੇ ਤੇ ਲਹਿਰਾਇਆ ਜਾ ਸਕਦਾ? ਸੰਵਿਧਾਨ ਦੇ ਤਹਿਤ ਗੱਲ ਕਰਾਂਗੇ, ਸਾਨੂੰ ਸੰਵਿਧਾਨ ਜਾਂ ਕਾਨੂੰਨ ਕਿਹੜੀ ਚੀਜ਼ ਦੀ ਆਗਿਆ ਦਿੰਦਾ ਹੈ, ਜਾਂ ਕਿਹੜੇ ਧਾਰਾਵਾਂ ਦੇ ਤਹਿਤ ਇਸ ਤੇ ਪਰਚੇ ਦਰਜ ਹੋ ਸਕਦੇ ਨੇ। ਜਾਂ ਫਿਰ ਆਪਾਂ ਇਹ ਵੀ ਚਰਚਾ ਦੇਖੀ ਸੀ ਕਿ ਕਈਆਂ ਦੇ ਉੱਪਰ ਗੱਲ ਕੀਤੀ ਜਾ ਰਹੀ ਸੀ ਕਿ ਦੇਸ਼ ਦੋ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਕਿ ਝੰਡਾ ਜਿਹੜਾ ਹੈਗਾ ਕੇਸਰੀ ਰੰਗ ਦਾ ਉਹ ਲਾਲ ਕਿਲ੍ਹੇ ਤੇ ਲਹਿਰਾ ਦਿੱਤਾ ਗਿਆ ਹੈ। ਉਹ ਸਵਾਲ ਇਹ ਵੀ ਕਰਾਂਗੇ ਜਦੋਂ ਪੀਐਮ ਸਾਹਿਬ ਸੰਸਦ ਦੇ ਵਿੱਚ ਜਾ ਕੇ ਪੂਜਾ ਕਰਦੇ ਨੇ ਕਿ ਉਹ ਠੀਕ ਹੈ ਕਿ ਗਲਤ ਹੈ। ਇਸ ਉੱਪਰ ਵੀ ਤੁਸੀਂ ਬਣੇ ਰਹੋ। ਔਰ ਜਿਹੜੇ ਨੌਜਵਾਨ ਮਿਲ ਨਹੀਂ ਰਹੇ ਉਹਨਾਂ ਦੀ ਭਾਲ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ RS ਬੈਂਸ ਨਾਲ। ਸਾਡੇ ਨਾਲ ਮੌਜੂਦ ਨੇ RS ਬੈਂਸ, ਇਹਨਾਂ ਕੋਲ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾ ਸਵਾਲ ਇਹੀ ਹੋਊਗਾ ਕਿ ਤਿਰੰਗੇ ਦੀ ਬੇਅਦਬੀ ਦੇ ਨਾਲ ਕਿਹੜੇ ਸੰਵਿਧਾਨ ਦੇ ਤਹਿਤ ਤੁਹਾਡੇ ਉੱਤੇ ਧਾਰਾਵਾਂ ਲੱਗ ਸਕਦੀਆਂ ਨੇ। ਆਪਾਂ RS ਬੈਂਸ ਨਾਲ ਗੱਲਬਾਤ ਕਰਾਂਗੇ। ਬੈਂਸ ਜੀ, ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਜਿਵੇਂ ਬੜੀ ਹੁਣ ਚਰਚਾ ਬਣੀ ਹੈ ਪੂਰੇ ਭਾਰਤ ਦੇ ਵਿੱਚ, ਕਿਹਾ ਜਾ ਰਿਹਾ ਕਿ ਬੇਅਦਬੀ ਹੋ ਗਈ ਹੈ, ਤਿਰੰਗੇ ਦੀ ਬੇਅਦਬੀ ਹੋ ਗਈ ਹੈ, ਕੇਸਰੀ ਝੰਡਾ ਉੱਤੇ ਨਹੀਂ ਲਹਿਰਾਉਣਾ ਚਾਹੀਦਾ ਸੀ। ਸਵਾਲ ਪਹਿਲਾਂ ਇਹੀ ਹੈ ਕਿ ਤਿਰੰਗੇ ਦੀ ਬੇਅਦਬੀ ਦੇ ਤਹਿਤ ਕਿਹੜੀ ਧਾਰਾਵਾਂ ਮੌਜੂਦ ਨੇ, ਵੀ ਤਿਰੰਗੇ ਦੀ ਬੇਅਦਬੀ ਨੂੰ ਕਿਵੇਂ ਮੰਨਿਆ ਜਾਵੇ, ਉਸ ਵਿੱਚ ਕਾਨੂੰਨ ਆਪਾਂ ਨੂੰ ਕੀ ਕਹਿੰਦਾ? ਦੇਖੋ, ਇਸ ਦੇਸ਼ ਵਿੱਚ ਪਾਰਲੀਮੈਂਟ ਨੇ ਇੱਕ ਸਪੈਸ਼ਲ ਕਾਨੂੰਨ ਬਣਾਇਆ ਸੀ 1971 ਦੇ ਵਿੱਚ। ਉਹਦਾ ਨਾਮ ਹੈਗਾ ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਆਨਰ ਐਕਟ 1971। ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਡਿਸਆਨਰ ਕੀ ਹੁੰਦਾ ਹੈ, ਬੇਅਦਬੀ ਕੀ ਹੁੰਦੀ ਹੈ, ਔਰ ਨੈਸ਼ਨਲ ਆਨਰ ਕੀ ਹੁੰਦਾ ਹੈ। ਉਹਦੇ ਵਿੱਚ ਉਹਨਾਂ ਨੇ ਨੈਸ਼ਨਲ ਆਨਰ ਦੀਆਂ ਦੋ ਗੱਲਾਂ ਕੀਤੀਆਂ ਸੀ ਕਿ ਤੁਸੀਂ ਨੈਸ਼ਨਲ ਝੰਡੇ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਅਤੇ ਤੁਸੀਂ ਕੌਨਸਟੀਟਿਊਸ਼ਨ ਆਫ ਇੰਡੀਆ ਦੀ ਵੀ ਇਨਸਲਟ ਨਹੀਂ ਕਰ ਸਕਦੇ, ਨਾ ਉਹਦੇ ਕੋਈ ਹਿੱਸੇ ਦੀ ਇਨਸਲਟ ਕਰ ਸਕਦੇ ਹੋ। ਕੌਨਸਟੀਟਿਊਸ਼ਨ ਆਫ ਇੰਡੀਆ ਕਲੀਅਰਲੀ ਸੈਕੂਲਰ ਸੋਸ਼ਲਿਸਟ ਵੈਲਫੇਅਰ ਰਿਪਬਲਿਕ ਪ੍ਰੋਨਾਊਂਸ ਕਰਦਾ ਹੈ। ਅਤੇ ਨੈਸ਼ਨਲ ਝੰਡੇ ਦੇ ਬਾਰੇ ਉਹ ਕੀ ਕਹਿੰਦੇ ਨੇ, ਔਰ ਦੋਨਾਂ ਬਾਰੇ, ਕਿ ਤੁਸੀਂ ਇਹਨੂੰ ਜਲਾ ਨਹੀਂ ਸਕਦੇ, ਤੁਸੀਂ ਇਹਨੂੰ ਫਾੜ ਨਹੀਂ ਸਕਦੇ, ਤੁਸੀਂ ਇਹਨੂੰ ਡਿਫੇਸ ਨਹੀਂ ਕਰ ਸਕਦੇ, ਤਾਂ ਉਹਦੇ ਉੱਤੇ ਕੋਈ ਹੋਰ ਇੰਕ ਪਾ ਦਿਓ ਜਾਂ ਕੋਈ ਪੇਂਟ ਪਾ ਦਿਓ। ਤੁਸੀਂ ਇਹੋ ਜਿਹੀਆਂ ਗੱਲਾਂ, ਤੁਸੀਂ ਉਹਨੂੰ ਪੈਰਾਂ ਥੱਲੇ ਰੋੜ ਨਹੀਂ ਸਕਦੇ, ਤੁਸੀਂ ਉਹਨੂੰ ਪਕੜ ਕੇ ਉਹਦੇ ਨਾਲ ਕੋਈ ਚੀਜ਼ ਸਾਫ਼ ਨਹੀਂ ਕਰ ਸਕਦੇ। ਇਹ ਹੈ ਇਨਸਲਟ। ਨੈਸ਼ਨਲ ਫਲੈਗ ਦੇ ਥੱਲੇ ਦੂਸਰਾ ਫਲੈਗ ਜਾਣਾ ਜਾਂ ਉਹਦੀ ਪ੍ਰੋਕਸੀਮਿਟੀ 'ਚ ਕੋਈ ਹੋਰ ਫਲੈਗ ਜਾਂ ਹਜ਼ਾਰੋਂ ਫਲੈਗ ਉਹਦੇ ਨਾਲ ਹੋ ਜਾਣੇ, ਇਹ ਕੋਈ ਇਨਸਲਟ ਨਹੀਂ ਹੈ, ਇਹ ਬਿਲਕੁਲ ਇਨਸਲਟ ਨਹੀਂ ਹੈ।
ਇਸ ਕਰਕੇ ਇਸੇ ਲਈ ਜਿੰਨੇ FIR ਦਰਜ ਕੀਤੇ ਨੇ ਪੁਲਿਸ ਨੇ ਉਹਦੇ ਵਿੱਚ ਇਹ ਧਾਰਾ ਨਹੀਂ ਲਗਾਈ ਗਈ। ਇਨਸਲਟ ਟੂ ਨੈਸ਼ਨਲ ਆਨਰ ਐਕਟ ਦੇ ਥੱਲੇ ਇਹ ਧਾਰਾ ਨਹੀਂ ਲਗਾਈ ਗਈ। ਪ੍ਰੋਪੇਗੈਂਡਾ ਸਿਰਫ ਮਿਸ ਇਨਫੋਰਮ ਕੀਤਾ ਜਾਂਦਾ, ਦੇਸ਼ ਨੂੰ ਗਲਤ ਦੱਸਿਆ ਜਾ ਰਿਹਾ ਹੈ, ਮਗਰ ਨੈਸ਼ਨਲ ਫਲੈਗ ਦਾ ਕੋਈ ਡਿਸਆਨਰ ਨਹੀਂ ਹੋਇਆ ਲਾਲ ਕਿਲੇ ਵਿੱਚ ਉਸ ਦਿਨ। ਤਾਂ ਇਸ ਕਰਕੇ ਜੋ ਦੱਸਿਆ ਜਾ ਰਿਹਾ ਨੈਸ਼ਨਲ ਚੈਨਲਸ ਤੇ ਔਰ ਜੋ ਦੱਸਿਆ ਜਾ ਰਿਹਾ ਸਰਕਾਰ ਵੱਲੋਂ, ਜਿਹੜੇ ਉਹਨਾਂ ਨੇ FIR ਦਰਜ ਕੀਤੇ ਉਹਨਾਂ ਵਿੱਚ ਧਾਰਾ ਦਰਜ ਨਹੀਂ ਹੈ। ਸੋ ਉਹਨਾਂ ਨੂੰ ਵੀ ਪਤਾ ਹੈ ਕਿ ਕਿਸੇ ਵੀ ਬੰਦੇ ਨੇ ਨੈਸ਼ਨਲ ਫਲੈਗ ਦਾ ਕੋਈ ਡਿਸਆਨਰ ਨਹੀਂ ਕੀਤਾ, ਉਹਦੀ ਕੋਈ ਬੇਅਦਬੀ ਨਹੀਂ ਕੀਤੀ। ਅੱਛਾ, ਜੇ ਤੁਸੀਂ ਗੱਲਾਂ ਕਰ ਰਹੇ ਹੋ ਸਾਰੀਆਂ ਧਾਰਾਂ ਦੇ ਤਹਿਤ ਆਉਂਦੀਆਂ ਨੇ? ਬਿਲਕੁਲ ਬਿਲਕੁਲ, ਇਸ ਕਰਕੇ ਕਿਉਂਕਿ ਕਿਹਾ ਤਾਂ ਜਾਂਦਾ ਕਿ ਉਹਨਾਂ ਦਾ ਅਫੈਂਸ ਐਂਟਰ ਕਰਨਾ। ਇਹ ਲਾਲ ਕਿਲਾ ਪ੍ਰਾਈਵੇਟ ਮੈਨੇਜਮੈਂਟ ਥੱਲੇ ਹੈ। ਇਹ ਇਸ ਵੇਲੇ ਕੋਈ ਤੁਸੀਂ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਕੋਈ ਨੈਸ਼ਨਲ ਸਵਰੈਨਿਟੀ ਦਾ ਸੀ। ਇਹਨਾਂ ਨੇ ਡਾਲਮੀਆ ਭਾਰਤ ਇੱਕ ਕੰਪਨੀ ਹੈ, 218 ਵਿੱਚ ਉਹਨੂੰ 25 ਕਰੋੜ ਦੇ ਵਿੱਚ ਦੇ ਦਿੱਤਾ ਸੀ ਉਹਦੀ ਮੈਨੇਜਮੈਂਟ। ਉਹ ਉਸ 'ਤੇ ਟੂਰਿਸਟ ਮੈਨੇਜਮੈਂਟ ਕਰਦੇ ਹੈ, ਆਪਣੇ ਸੁਵੇਨਰ ਛਾਪਦੇ, ਉਹਦੇ ਥੱਲੇ ਆਪਣਾ ਚਿੰਨ੍ਹ ਲਾਉਂਦੀ ਹੈ। ਉਹਦੇ ਉੱਤੇ ਜਿੱਥੇ ਤੁਸੀਂ ਰੈੱਡ ਫੋਰਟ ਜਾਓ ਤਾਂ ਉੱਥੇ ਇਸ ਕੰਪਨੀ ਦਾ ਉੱਥੇ ਚਿੰਨ੍ਹ ਲੱਗਾ ਹੋਇਆ ਹੈ। ਜਿਹੜੇ ਸੁਵੇਨਰ ਵੇਚਦੇ ਉਹਦੇ ਉੱਤੇ ਆਪਣੀ ਰੈੱਡ ਫੋਰਟ ਦੇ ਨਾਲ ਥੱਲੇ ਆਪਣਾ ਕੰਪਨੀ ਦਾ ਨਾਮ ਲਿਖਦੀ ਹੈ। ਉਹ ਤਾਂ ਕੋਈ ਡਿਸਆਨਰ ਨਹੀਂ ਹੈਗਾ। ਜਦੋਂ ਤੁਸੀਂ ਕੋਈ ਟੂਰਿਸਟ ਪਲੇਸ ਇੱਕ ਪ੍ਰਾਈਵੇਟ ਕੰਪਨੀ ਨੂੰ ਟੂਰਿਸਟ ਮੈਨੇਜਮੈਂਟ ਲਈ ਦੇ ਦਿੰਦੇ ਹੋ, ਫਿਰ ਉਹ ਨੈਸ਼ਨਲ ਮੋਨੂਮੈਂਟ ਨਹੀਂ ਰਹਿ ਜਾਂਦਾ, ਨਾ ਉਹ ਐਂਸ਼ੀਅੰਟ ਮੋਨੂਮੈਂਟ ਰਹਿ ਜਾਂਦਾ, ਫਿਰ ਉਹ ਇੱਕ ਕਮਰਸ਼ੀਅਲ ਜਗ੍ਹਾ ਬਣ ਜਾਂਦੀ, ਪੈਸਾ ਕਮਾਉਣ ਦਾ ਢੰਗ ਬਣ ਜਾਂਦਾ ਹੈ। ਉਹ ਕਰਨ ਤੋਂ ਬਾਅਦ ਜੇ ਤੁਸੀਂ ਜੇ ਤੁਸੀਂ ਕਹਿੰਦੇ ਕਿ ਬਿਲਡਿੰਗ ਹੀ ਬੜੀ ਵੱਡੀ ਦੇਸ਼ ਦਾ ਸਿੰਬਲ ਹੈ, ਫਿਰ ਉਹਨੂੰ ਕਦੇ ਵੀ ਪ੍ਰਾਈਵੇਟ ਮੈਨੇਜਮੈਂਟ ਵੱਲੋਂ ਇੱਕ ਟੂਰਿਸਟ ਸਥਾਨ ਨਹੀਂ ਸੀ ਬਣਾਉਣਾ ਚਾਹੀਦਾ। ਬਟ ਜੇ ਤੁਸੀਂ ਬਣਾ ਚੁੱਕੇ ਹੋ ਉਸ ਜਗ੍ਹਾ, ਫਿਰ ਨੈਸ਼ਨਲ ਫਲੈਗ ਵੀ ਚੱਲ ਰਿਹਾ ਹੈ। ਕਿਉਂਕਿ 26 ਜਨਵਰੀ ਸੀ, ਹਰ ਵੱਡੀ ਬਿਲਡਿੰਗ 'ਤੇ ਨੈਸ਼ਨਲ ਫਲੈਗ ਸੀ। ਅਸੀਂ ਆਪਣੇ ਘਰ ਵਿੱਚ ਨੈਸ਼ਨਲ ਫਲੈਗ ਲਗਾ ਸਕਦੇ ਨੇ, ਅਤੇ ਉਹਦੇ ਥੱਲੇ ਤੁਸੀਂ ਹਜ਼ਾਰਾਂ ਫਲੈਗ ਹੋਰ ਫੈਲਾ ਸਕਦੇ ਹੋ। ਉਹਦੇ ਨਾਲ ਨੈਸ਼ਨਲ ਫਲੈਗ ਦੀ ਕੋਈ ਇਨਸਲਟ ਨਹੀਂ ਹੈ। ਜੇ ਤੁਸੀਂ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਦੇ ਘਰ ਜਾ ਕੇ ਕਰਦੇ, ਹੋਰ ਗੱਲ ਹੈ। ਇੱਥੇ ਤਾਂ ਰੈੱਡ ਫੋਰਟ ਆ ਕਮਰਸ਼ੀਅਲ ਟੂਰਿਸਟ ਪਲੇਸ ਹੈ। ਤੁਸੀਂ ਗੇਟ ਖੋਲ੍ਹੇ ਆ, ਕਰਾਊਡ ਨੇ ਜਾ ਕੇ ਆਪਣੇ ਝੰਡੇ ਲਾਤੇ ਹੈ, ਔਰ ਉਹਦੇ ਵਿੱਚ ਇੱਕ ਝੰਡਾ ਨਹੀਂ ਲੱਗਾ, ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੀ ਝੰਡੇ ਲੱਗੇ ਹੈ। ਔਰ ਇਸ ਝੰਡਿਆਂ ਵਿੱਚੋਂ ਕੋਈ ਇੱਕ ਵੀ ਚੀਜ਼ ਐਸੀ ਨਹੀਂ ਹੈ ਜਿਹਦੇ ਵਿੱਚ ਨੈਸ਼ਨਲ ਫਲੈਗ ਦੀ ਬੇਇੱਜ਼ਤੀ ਹੋਵੇ, ਕਿਉਂਕਿ ਨੈਸ਼ਨਲ ਫਲੈਗ ਤਾਂ 3 ਰੰਗ ਦਾ ਮਿਸ਼ਰਣ ਹੈ। ਨੈਸ਼ਨਲ ਫਲੈਗ ਤਾਂ ਕਹਿੰਦਾ ਕਿ ਅਸੀਂ ਸਾਡੇ ਜਿਹੜੇ 3 ਰੰਗ ਹੈ ਸਾਰੇ ਧਰਮਾਂ ਦਾ ਚਿੰਨ੍ਹ ਹੈਗਾ। ਅਤੇ ਇਹ ਫਿਰ ਜੇ ਸਾਰੇ ਧਰਮਾਂ ਦਾ ਚਿੰਨ੍ਹ ਨੈਸ਼ਨਲ ਫਲੈਗ ਦੇ ਵਿੱਚ ਹੀ ਹੈ, ਅਤੇ ਇੱਕ ਧਰਮ ਦਾ ਚਿੰਨ੍ਹ ਦਾ ਅਲੱਗ ਫਲੈਗ ਕੋਈ ਲਹਿਰਾ ਦੇ, ਤਾਂ ਉਹਦੇ ਵਿੱਚ ਨੈਸ਼ਨਲ ਫਲੈਗ ਦੀ ਇੱਜ਼ਤ ਹੀ ਵੱਧਦੀ ਹੈ। ਉਹੀ ਦੱਸ ਰਿਹਾ ਜੋ ਨੈਸ਼ਨਲ ਫਲੈਗ ਵਿੱਚ ਆਲਰੇਡੀ ਹੈ। ਤਾਂ ਇਸ ਕਰਕੇ ਕਾਨੂੰਨ ਦੇ ਮੁਤਾਬਿਕ ਵੀ, ਸਟ੍ਰਿਕਟ ਇੰਟਰਪ੍ਰੀਟੇਸ਼ਨ ਦੇ ਮੁਤਾਬਿਕ ਵੀ, ਧਰਮ ਦੇ ਮੁਤਾਬਿਕ ਵੀ ਇਹਦੇ ਵਿੱਚ ਕੋਈ ਇਨਸਲਟ ਨਹੀਂ ਹੈ। ਇਹ ਇੱਕ ਐਕਚੁਅਲੀ ਸੈਲੀਬ੍ਰੇਸ਼ਨ ਆਫ 25 ਜਨਵਰੀ ਹੈ ਕਿ ਰਿਪਬਲਿਕ ਡੇ ਹੈ। ਰਾਦਰ ਜਿਹੜਾ ਕੌਨਸਟੀਟਿਊਸ਼ਨ ਦੀ ਇਨਸਲਟ ਕਰ ਰਿਹਾ ਹੈ। ਤੁਹਾਡਾ ਪ੍ਰਾਈਮ ਮਿਨਿਸਟਰ ਪੂਜਨ ਕਰਨ ਜਾ ਰਿਹਾ ਇੱਕ ਮੰਦਿਰ ਦੇ ਵਿੱਚ, ਜਦੋਂ ਕਿ ਸੈਕੂਲਰ ਕੌਨਸਟੀਟਿਊਸ਼ਨ ਹੈ। ਕੌਨਸਟੀਟਿਊਸ਼ਨ ਕਹਿੰਦਾ ਕਿ ਕੋਈ ਪ੍ਰਾਈਮ ਮਿਨਿਸਟਰ, ਕੋਈ ਪਬਲਿਕ ਸਰਵੈਂਟ, ਕੋਈ ਪ੍ਰਧਾਨ ਮੰਤਰੀ, ਕੋਈ ਪ੍ਰੈਜ਼ੀਡੈਂਟ ਕਿਸੇ ਇੱਕ ਧਰਮ ਵਿਸ਼ੇਸ਼ ਬਾਰੇ ਕੋਈ ਐਕਟੀਵਿਟੀ ਨਹੀਂ ਕਰ ਸਕਦਾ ਆਪਣੀ ਪਬਲਿਕ ਕਪੈਸਿਟੀ ਦੇ ਵਿੱਚ। ਪ੍ਰਾਈਮ ਮਿਨਿਸਟਰ ਪ੍ਰਾਈਵੇਟ ਐਜ਼ ਅ ਨਾਰਮਲ ਸਿਟੀਜ਼ਨ ਆਫ ਇੰਡੀਆ ਜਾ ਸਕਦਾ ਸੀ ਟੈਂਪਲ ਦੇ ਵਿੱਚ, ਮਗਰ ਜਦੋਂ ਐਜ਼ ਅ ਪ੍ਰਾਈਮ ਮਿਨਿਸਟਰ ਜਾਂਦਾ ਹੈ, ਉਹ ਸੰਵਿਧਾਨ ਦੀ ਬੇਅਦਬੀ ਕਰ ਰਿਹਾ, ਬੇਇੱਜ਼ਤੀ ਵੀ ਕਰ ਰਿਹਾ, ਉਹਦੀ ਉਲੰਘਣਾ ਵੀ ਕਰ ਰਿਹਾ। ਤੁਹਾਡਾ ਪ੍ਰੈਜ਼ੀਡੈਂਟ 5 ਲੱਖ ਦੇ ਰਿਹਾ ਹੈ ਰਾਮ ਮੰਦਰ ਲਈ, ਉਹ ਐਕਚੁਅਲੀ ਸੰਵਿਧਾਨ ਦੀ ਬੇਇੱਜ਼ਤੀ ਵੀ ਕਰ ਰਿਹਾ ਹੈ, ਉਹਦੀ ਉਲੰਘਣਾ ਵੀ ਕਰ ਰਿਹਾ। ਜਾਂ ਤਾਂ ਤੁਸੀਂ ਸੰਵਿਧਾਨ ਬਦਲ ਦਿਓ, ਉਹਨੂੰ ਧਰਮ ਬੇਸਡ ਨੇਸ਼ਨ ਬਣਾ ਦਿਓ, ਪਰ ਜਦ ਤੱਕ ਸੰਵਿਧਾਨ ਧਰਮ ਨਿਰਪੇਖ ਦੇਸ਼ ਹੈ, ਸੈਕੂਲਰ ਦੇਸ਼ ਹੈ, ਸੋਸ਼ਲਿਸਟ ਦੇਸ਼ ਹੈ, ਵੈਲਫੇਅਰ ਸਟੇਟ ਹੈ, ਤੁਸੀਂ ਆਪਣੀ ਸਾਰੀ ਸਰਕਾਰ ਨੂੰ ਇੱਕ ਪਰਟੀਕੂਲਰ ਸੈਕਸ਼ਨ ਦੇ ਵੈਲਫੇਅਰ ਲਈ ਨਹੀਂ ਲਾ ਸਕਦੇ। ਤੁਹਾਨੂੰ ਸਾਰੇ ਸਿਟੀਜ਼ਨ ਨੂੰ ਬਰਾਬਰ ਦਾ ਹੱਕ ਦੇ ਕੇ ਸਭ ਦਾ ਵੈਲਫੇਅਰ ਕਰਨਾ ਪਏਗਾ। ਤੁਸੀਂ ਹੁਣ ਇੱਕ ਬੜੀ ਵੱਡੀ ਗੱਲ ਕੀਤੀ ਹੈ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਗਿਆ ਲਾਲ ਕਿਲਾ। ਕੱਲ੍ਹ ਨੂੰ ਕੋਈ ਪ੍ਰਾਈਵੇਟ ਕੰਪਨੀ ਜਿਹਨੂੰ ਦਿੱਤਾ ਗਿਆ, ਉਹ ਆਪਣਾ ਝੰਡਾ ਲਗਾ ਸਕਦੀ ਹੈ ਉੱਥੇ ਲਾਲ ਕਿਲੇ 'ਤੇ? ਲਗਾਇਆ ਹੀ ਹੋਏਗਾ, ਕਿਉਂਕਿ ਜਦੋਂ ਤੁਸੀਂ ਇਜਾਜ਼ਤ ਦਿੱਤੀ ਹੈ ਸੂਵੀਨਰ ਲਾਉਣ ਦੀ, ਤੁਸੀਂ ਸੂਵੀਨਰ ਦੇ ਥੱਲੇ ਆਪਣਾ ਨਾਮ ਛਾਪਣ ਦੀ ਉਸ ਕੰਪਨੀ ਨੂੰ ਇਜਾਜ਼ਤ ਦੇ ਦਿੱਤੀ ਹੈ। ਤੁਸੀਂ ਉਹਨਾਂ ਨੂੰ ਲਾਲ ਕਿਲੇ ਜਿੱਥੇ ਬੋਰਡ ਲੱਗਿਆ ਹੋਇਆ ਥੱਲੇ ਲਿਖਤਾ ਡਾਲਮੀਆ ਭਾਰਤ ਕੰਪਨੀ ਦਾ ਨਾਮ, ਉਹਦਾ ਐਂਬਲਮ ਲੱਗਾ ਹੋਇਆ ਹੈ। ਕੱਲ੍ਹ ਉਹਦਾ ਐਂਬਲਮ ਆ ਝੰਡੇ 'ਚ ਝੰਡਾ, ਔਰ ਦੋਨੋਂ ਇੱਕ ਨਿਸ਼ਾਨ ਹੈ। ਇੱਕ ਝੰਡਾ ਰਿਪਰੈਜ਼ੈਂਟ ਕਰਦਾ ਦੇਸ਼ ਨੂੰ, ਅਤੇ ਜਿਹੜੀ ਕੰਪਨੀ ਦਾ ਝੰਡਾ ਹੁੰਦਾ ਉਸ ਕੰਪਨੀ ਨੂੰ ਰਿਪਰੈਜ਼ੈਂਟ ਕਰਦੀ ਹੈ। ਉਹ ਕੰਪਨੀ ਪੂਰੀ ਮੈਨੇਜ ਕਰ ਰਹੀ ਹੈ। ਜਦੋਂ ਕੰਪਨੀ ਆਪ ਹੀ ਮੈਨੇਜ ਕਰ ਰਹੀ ਹੈ, ਤੁਸੀਂ ਉਸ ਉਹਨੂੰ ਕੰਟਰੀ ਦਾ ਸਿੰਬਲ ਤਾਂ ਖਤਮ ਹੋ ਗਿਆ। ਕੱਲ੍ਹ ਤੁਸੀਂ ਰਾਸ਼ਟਰਪਤੀ ਨੂੰ ਕਹਿ ਦਿਓ ਕਿ ਰਿਲਾਇੰਸ ਮੈਨੇਜ ਕਰੇਗੀ, ਫਿਰ ਰਾਸ਼ਟਰਪਤੀ ਥੋੜ੍ਹੀ ਰਹਿ ਜਾਏਗਾ। ਜੇ ਪ੍ਰਾਈਮ ਮਿਨਿਸਟਰ ਦਾ ਘਰ ਨੂੰ ਜਿਹੜੀ ਹਾਊਸ ਮੈਨੇਜਮੈਂਟ ਤੁਸੀਂ ਕਿਸੇ ਅਦਾਨੀ ਨੂੰ ਦੇ ਦਿਓ, ਤਾਂ ਫਿਰ ਉਹ ਪ੍ਰਾਈਮ ਮਿਨਿਸਟਰ ਦਾ ਘਰ ਥੋੜ੍ਹੀ ਰਹੇਗਾ। ਇਸ ਕਰਕੇ ਜੇ ਤੁਸੀਂ ਨੈਸ਼ਨਲ ਮੋਨੂਮੈਂਟ ਕਹਿੰਦੇ ਹੋ, ਤਾਂ ਨੈਸ਼ਨਲ ਮੋਨੂਮੈਂਟ ਤਾਂ ਨੈਸ਼ਨਲ ਆਰਮੀ ਹੀ ਮੈਨੇਜ ਕਰੇ, ਤਾਂ ਸਮਝ ਆਉਂਦਾ ਹੈ ਕਿ ਈਵਨ ਆਰਮੀ ਕੰਟੋਨਮੈਂਟ ਵਿੱਚ ਤੁਸੀਂ ਜਾਓ, ਹਰ ਜਗ੍ਹਾ ਉੱਥੇ 3 ਝੰਡੇ ਲੱਗੇ ਹੁੰਦੇ। ਉੱਥੇ ਹਿੰਦੂ ਧਰਮ ਦਾ ਝੰਡਾ ਹੈ, ਉੱਥੇ ਹਮੇਸ਼ਾ ਗੁਰਦੁਆਰਾ ਹੁੰਦਾ ਹੈ, ਤਾਂ ਉਹਦੇ ਨਾਲ ਚਰਚ
ਚਰਚ ਵੀ ਹੁੰਦਾ ਹੈ। ਜਿਹੜੇ 3 ਮੇਜਰ ਰਿਲੀਜਨ ਜਿੱਥੇ ਕਿ ਸੋਲਜਰ ਤਕਰੀਬਨ 3 ਧਰਮ ਦੇ ਬਿਲੋਂਗ ਕਰਦੇ ਆ, ਉਹ ਹਮੇਸ਼ਾ ਉੱਥੇ ਜਾਂਦੇ ਆ ਪ੍ਰੇਅਰ ਕਰਨ ਲਈ। ਇਹ ਤਾਂ ਬਿਲਕੁਲ ਗਲਤ ਕਹਿਣਾ ਹੈ ਕਿ ਜਿੱਥੇ ਨੈਸ਼ਨਲ ਫਲੈਗ ਹੋਵੇ ਉੱਥੇ ਦੂਜੇ ਝੰਡੇ ਨਹੀਂ ਹੋ ਸਕਦੇ। ਰਾਦਰ ਜਿੱਥੇ ਵੀ ਨੈਸ਼ਨਲ ਫਲੈਗ ਹੈ ਸਾਡੇ ਮੁਲਕ ਵਿੱਚ, ਸਾਡੀ ਆਰਮੀ ਐਸਟੈਬਲਿਸ਼ਮੈਂਟ, ਉੱਥੇ ਦੂਜੇ ਝੰਡੇ ਧਰਮਾਂ ਦੇ ਅਕਸਰ ਦੇਖੇ ਜਾਂਦੇ ਨੇ। ਅੱਛਾ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਹੁਣ ਚਰਚਾ ਬਣੀ ਹੈ ਪੂਰੇ ਭਾਰਤ ਦੇ ਵਿੱਚ, ਕਿਹਾ ਜਾ ਰਿਹਾ ਕਿ ਬੇਅਦਬੀ ਹੋ ਗਈ ਹੈ ਤਿਰੰਗੇ ਦੀ, ਸਭ ਤੋਂ ਵੱਡਾ ਸਵਾਲ ਹੈ ਕਿ ਇਸ ਉੱਪਰ ਦਿੱਲੀ ਪੁਲਿਸ ਕੋਈ FIR ਦਰਜ ਕਰ ਸਕਦੀ ਹੈ ਕਿਸੇ ਵੀ ਨੌਜਵਾਨ ਤੇ? ਦਿੱਲੀ ਪੁਲਿਸ ਨੇ FIR ਦਰਜ ਕੀਤਾ ਹੈ ਕਿ ਤੁਸੀਂ 144 ਦੀ ਉਲੰਘਣਾ ਕੀਤੀ ਹੈ। ਇਹ ਗਲਤ FIR ਹੈ ਕਿਉਂਕਿ ਤੁਸੀਂ ਆਪ ਹੀ ਤਾਂ ਪਰਮਿਸ਼ਨ ਦਿੱਤੀ ਹੈ। ਇਸ ਕਰਕੇ ਦੂਸਰਾ FIR ਦਰਜ ਕੀਤਾ ਕਿ ਤੁਸੀਂ ਨੁਕਸਾਨ ਕੀਤਾ ਹੈ। ਉਹ ਮੈਟਰ ਆਫ ਫੈਕਟ ਹੈ ਕਿ ਉਸ ਜਗ੍ਹਾ ਕੋਈ ਨੁਕਸਾਨ ਹੋਇਆ ਨਹੀਂ ਹੋਇਆ। ਤੀਸਰਾ ਇਹਨਾਂ ਨੇ FIR ਦਰਜ ਕੀਤਾ ਕਿ ਤੁਸੀਂ ਜਿਹੜੀ ਹੈਗੀ ਕੋਵਿਡ ਦੇ ਵਿੱਚ ਡੈਮੇਜ ਜਿਹੜਾ ਪਬਲਿਕ ਐਮਰਜੈਂਸੀ ਐਕਟ ਹੈ, ਡੈਮੇਜ ਟੂ ਪਬਲਿਕ ਪ੍ਰਾਪਰਟੀ ਕੀਤੀ ਹੈ, ਉਹ ਵੀ ਕਰ ਸਕਦੀ ਹੈ ਜੇ ਵਾਕਿਆ ਕੋਈ ਡੈਮੇਜ ਕੀਤਾ ਹੋਵੇ ਇੰਟੈਂਸ਼ਨਲੀ ਐਂਡ ਮੈਲੀਸ਼ੀਅਸਲੀ। ਜੇ ਸਿਰਫ ਪ੍ਰੋਟੈਸਟ ਦੇ ਵਿੱਚ ਕੋਈ ਡੈਮੇਜ ਹੋ ਗਿਆ ਉਹਨੂੰ ਨਹੀਂ ਮੰਨਿਆ ਜਾਂਦਾ ਕ੍ਰਾਈਮ। ਇਸੇ ਤਰ੍ਹਾਂ ਇਹਨਾਂ ਨੇ ਕਿਹਾ ਕਿ ਤੁਸੀਂ ਡਿਸਟੈਂਸ ਨਹੀਂ ਕੀਤੀ, ਤੁਸੀਂ ਮਾਸਕ ਨਹੀਂ ਪਾਏ, ਮਗਰ ਜਿਹੜੀ ਚੀਜ਼ ਕੰਟਰੀ ਵਾਈਡ ਓਬੇ ਨਹੀਂ ਹੋ ਰਹੀ, ਜਿਹੜਾ ਇੱਕ ਡੀ ਫੈਕਟੋ ਬੈਨ ਖਤਮ ਹੋ ਚੁੱਕਾ ਮਾਸਕ 'ਤੇ, ਕਿਉਂਕਿ ਤੁਸੀਂ ਹਰ ਰੋਜ਼ ਗੋਲਡਨ ਟੈਂਪਲ ਵਿੱਚ ਹਜ਼ਾਰਾਂ ਬੰਦੇ ਦੇਖਦੇ ਹੋ, ਤੁਸੀਂ ਤਿਰੂਪਤੀ ਟੈਂਪਲ ਵਿੱਚ ਹਜ਼ਾਰਾਂ ਬੰਦੇ ਜਾਂਦੇ ਹੋ, ਤੁਸੀਂ ਵੈਸ਼ਨੋ ਦੇਵੀ ਦੇਖਦੇ ਹੋ, ਹਜ਼ਾਰਾਂ ਲੱਖਾਂ ਬੰਦੇ ਹਰ ਰੋਜ਼ ਜਾਂਦੇ ਨੇ, ਕਿਸੇ ਨੇ ਕੋਈ ਮਾਸਕ ਨਹੀਂ ਪਾਇਆ ਹੁੰਦਾ। ਇਸ ਕਰਕੇ ਇਹ ਜਿਹੜਾ ਗਵਰਨਮੈਂਟ ਦਾ ਕਹਿਣਾ ਹੈ, ਜਿਹੜਾ ਸੈਕਸ਼ਨ ਲਾਇਆ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਵਿੱਚ ਕਿਉਂਕਿ ਕਿਸਾਨ ਬਿਨਾਂ ਮਾਸਕ ਕੀਤੇ ਦਿੱਲੀ ਵਿੱਚ ਆ ਗਏ ਔਰ ਇਸ ਕਰਕੇ ਅਪਰਾਧ ਹੋ ਗਏ, ਸਾਰੇ ਬੜੇ ਸਿੰਪਲ ਅਪਰਾਧ ਹੈ। ਜੇ ਤੁਸੀਂ 144 ਦੀ ਨਹੀਂ ਉਲੰਘਣਾ ਕਰਦੇ ਤਾਂ ਉਹਦੇ ਵਿੱਚ 2-3 ਮਹੀਨੇ ਦੀ ਸਜ਼ਾ ਹੈ। ਇਹ ਕੋਈ ਬਿਲਕੁਲ ਮਾਈਨਰ ਅਫੈਂਸ ਹੈ, ਬੇਲੇਬਲ ਅਫੈਂਸ ਹੈ, ਇਹ 'ਚ ਅਰੈਸਟ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ। ਅੱਛਾ, ਕੀ ਦਿੱਲੀ ਪੁਲਿਸ ਯਾਪਾ ਲਾ ਸਕਦੀ ਹੈ ਜੇ ਉੱਥੇ ਕੇਸ ਹੀ ਲਗਾਇਆ ਗਿਆ? ਉਹ ਦੂਸਰਾ ਮੇਰਾ ਸਵਾਲ ਹੈ ਕਿ ਲੱਗਦਾ ਕਿ ਦਿੱਲੀ ਪੁਲਿਸ ਨੇ FIR ਦੇ ਵਿੱਚ ਕਿਤੇ ਵੀ ਦੇਸ਼ਦਰੋਹੀ ਦਾ ਪਰਚਾ ਦਰਜ ਕੀਤਾ ਕਿਸੇ ਨੌਜਵਾਨ ਉੱਤੇ? ਤੁਹਾਡੇ ਕੋਲ ਕੀ ਇਨਫੋਰਮੇਸ਼ਨ ਆਈ ਹੈ? ਦੇਸ਼ਦਰੋਹ ਦਾ ਸਾਡੇ ਫੈਸ਼ਨ ਬਣ ਗਿਆ ਨਾ ਕਿ ਤੁਸੀਂ ਕੁਝ ਵੀ ਕਰੋ ਤਾਂ ਨਾਲ ਦੇਸ਼ਦਰੋਹ ਦਾ 144 ਸੈਡੀਸ਼ਨ ਦਾ ਨਾਮ ਸੈਕਸ਼ਨ ਐਡ ਕਰਦੇ। ਬਟ ਇਹਨਾਂ ਸੈਕਸ਼ਨਾਂ ਜਿਨ੍ਹਾਂ ਨੇ ਦੇਸ਼ਦਰੋਹ, ਜਿੰਨੇ FIR ਦੀ ਕਾਪੀ ਸਾਡੇ ਕੋਲ ਆਈ ਹੈ ਉਹਦੇ ਵਿੱਚ ਦੇਸ਼ਦਰੋਹ ਦਾ ਸੈਕਸ਼ਨ ਨਹੀਂ ਹੈਗਾ। ਯਾਪਾ ਵੀ ਨਹੀਂ ਲੱਗ ਸਕਦੀ ਫਿਰ? UAP ਵੀ ਲੱਗਾ ਨਹੀਂ ਹੈ, ਹਲੇ ਤੱਕ ਨਹੀਂ ਲੱਗਾ। ਬਾਅਦ 'ਚ ਐਡ ਕਰ ਦੇਣ ਹੋਰ ਗੱਲ ਹੈ, ਬਟ ਹਲੇ ਤੱਕ ਸਿੱਧਾ ਜਿਹੜਾ ਉਹਨਾਂ ਨੇ ਕੀਤਾ ਉਹ UAP ਦਾ ਮਤਲਬ ਹੀ ਕੋਈ ਨਹੀਂ। ਸਾਰੀਆਂ ਉਹ ਆਰਗੇਨਾਈਜੇਸ਼ਨ ਹੈ ਜਿਹੜੀਆਂ ਤੁਹਾਡੇ ਨਾਲ ਗੱਲਾਂ ਕਰ ਰਹੀਆਂ। ਤੁਸੀਂ ਬੈਂਡ ਆਰਗੇਨਾਈਜੇਸ਼ਨ ਨਾਲ ਗੱਲ ਥੋੜੀ ਕਰਦੇ ਹੋ, ਨੈਗੋਸ਼ੀਏਸ਼ਨ ਥੋੜੀ ਕਰਦੇ ਹੋ, ਔਰ ਇਹਨਾਂ ਵਿੱਚੋਂ ਕੋਈ ਵੀ ਆਰਗੇਨਾਈਜੇਸ਼ਨ ਬੈਂਡ ਨਹੀਂ ਹੈਗੀ ਅੰਡਰ ਦਾ UAP ਹੈ, ਸੋ UAP ਵੀ ਨਹੀਂ ਲੱਗ ਸਕਦਾ। ਅੱਛਾ, ਇੱਕ ਸਵਾਲ ਹੋਰ ਬੜਾ ਵੀ ਉੱਥੇ ਲੋਕ ਕਹਿਣ ਲੱਗ ਪਏ ਸੀ ਸਿੰਘੂ ਬਾਰਡਰ ਦੇ ਉੱਪਰ ਜੇ ਕੇਸੀ ਝੰਡਾ ਲੱਗ ਸਕਦਾ, ਫਿਰ ਕੱਲ ਨੂੰ ਕਹਿੰਦੇ ਵੀ ਕੋਈ ਹੋਰ ਜਿਹੜੇ ਜਾਤ ਦੀ ਗੱਲ ਕਰ ਲਈਏ ਜਾਂ ਹੋਰ ਧਰਮ ਦੇ ਵਿਅਕਤੀ ਵੀ ਕਹਿਣਗੇ ਵੀ ਅਸੀਂ ਵੀ ਝੰਡਾ ਲਹਿਰਾਉਣਾ ਹੈ। ਕਿ ਕੇਸੀ ਦੇ ਨਾਲ ਕੋਈ ਹੋਰ ਜ਼ਿਆਦਾ ਮੁਸਲਿਮ ਕਹਿ ਲਈਏ, ਈਸਾਈ ਕਹਿ ਲਈਏ, ਹਿੰਦੂ ਕਹਿ ਲਈਏ, ਉਹ ਵੀ ਝੰਡਾ ਲਗਾ ਸਕਦੇ ਨੇ ਬਿਲਡਿੰਗ ਦੇ ਉੱਤੇ ਲਾਲ ਕਿਲੇ ਦੀ? ਜੇ ਉਸੇ ਕਰਾਊਡ ਵਿੱਚ ਬਾਕੀ ਲੋਕ ਬਾਕੀ ਝੰਡਾ ਨਾ ਹੁੰਦਾ ਤਾਂ ਉਹ ਵੀ ਲੱਗ ਜਾਂਦਾ। ਉਹ ਇੱਕੋ ਗੱਲ ਹੈਗੀ ਹੈ, ਚਾਹੇ ਤੁਸੀਂ ਨਿਸ਼ਾਨ ਸਾਹਿਬ ਲਾ ਦਿਓ, ਚਾਹੇ ਤੁਸੀਂ ਜਿਹੜੇ ਮੰਦਿਰ ਦਾ ਕੇਸਰੀ RSS ਦਾ ਝੰਡਾ ਲਾ ਦਿਓ, ਜਾਂ ਤੁਸੀਂ ਜਿਹੜੇ ਮੰਦਿਰ ਦੇ ਉੱਤੇ ਅਕਸਰ ਕੇਸਰੀ ਝੰਡਾ ਲੱਗਾ ਹੁੰਦਾ ਉਹ ਲਾ ਦਿਓ। ਮੁਸਲਮਾਨਾਂ ਦੇ ਮਸਜਿਦ ਤੇ ਇੱਕ ਗ੍ਰੀਨ ਰੰਗ ਦਾ ਝੰਡਾ ਹੁੰਦਾ ਉਹ ਲਾ ਦਿਓ। ਇਹਦੇ ਵਿੱਚ ਕੀ ਇਨਸਲਟ ਹੈ? ਨੈਸ਼ਨਲ ਫਲੈਗ ਤੁਹਾਡੇ ਨੇਸ਼ਨ 'ਚ ਧਰਮ ਹੈ, ਤੁਹਾਡੇ ਸਿਟੀਜ਼ਨ ਇਹ ਧਰਮਾਂ ਦੀ ਪੂਜਾ ਕਰਦੇ ਨੇ, ਉਹਨਾਂ 'ਚ ਹਜ਼ਾਰਾਂ ਬਿਲਡਿੰਗਾਂ ਇਸ ਕੰਟਰੀ ਜਿੱਥੇ ਝੰਡੇ ਲਹਿਰਾ ਰਹੇ ਨੇ। ਇਹ ਇਨਸਲਟ ਕਿਵੇਂ ਹੋ ਸਕਦਾ? ਇਹ ਤਿੰਨੋਂ ਧਰਮਾਂ ਤੋਂ, ਇਹ ਤਿੰਨੋਂ ਝੰਡਿਆਂ ਤੋਂ ਇੰਸਪਾਇਰ ਹੋ ਕੇ ਤਾਂ ਤਿਰੰਗਾ ਬਣਿਆ। ਤਿਰੰਗਾ ਵਿੱਚ ਇਸੇ ਲਈ 3 ਕਲਰ ਹੈ, ਕੇਸਰੀ ਵੀ ਹੈ, ਹਰਾ ਵੀ ਹੈ ਤੇ ਵਾਈਟ ਵੀ ਹੈ। ਤੋ ਜੇ ਉਹਦੇ ਵਿੱਚ ਫਿਰ ਉਹ ਅਸ਼ੋਕ ਚੱਕਰ ਵੀ ਹੈ ਜਿਹੜਾ ਕਹਿੰਦਾ ਕਿ ਹਰ ਚੀਜ਼ ਬਦਲਦੀ ਰਹਿੰਦੀ ਹੈ। ਤੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਕਹਿਣਾ ਕਿ ਦੂਸਰਾ ਝੰਡਾ ਤਿਰੰਗੇ ਦੇ ਨੇੜੇ ਆ ਜਾਏ ਉਹ ਇਨਸਲਟ ਹੋ ਜਾਏਗਾ, ਇਹ ਬਿਲਕੁਲ ਗਲਤ ਗੱਲ ਹੈ। ਕਿਉਂਕਿ ਹਰ ਸੰਸਥਾ ਦਾ ਇੱਕ ਅਲੱਗ ਝੰਡਾ ਹੈ। RSS ਦਾ ਆਪਣਾ ਅਲੱਗ ਝੰਡਾ ਹੈ। RSS ਰੈੱਡ ਫੋਰਟ ਵਿੱਚ ਆਪਣਾ ਕਰਦੀ ਹੈ, ਜੋ ਕੈਂਪ ਲਾਉਂਦੀ ਹੈ ਤਾਂ ਆਪਣਾ ਝੰਡਾ ਲਾਉਣ ਦੇ ਨਾਲ ਬਿਲਕੁਲ ਸਾਹਮਣੇ ਲੋਕਾਂ ਨੇ ਇਹ ਪਿਕਚਰਾਂ ਵੀ ਦੇ ਦਿੱਤੀਆਂ। ਇਹ ਕਦੀ ਵੀ ਕੋਈ ਇਨਸਲਟ ਨਹੀਂ ਸੀ। ਹਾਂ, ਤੁਸੀਂ ਝੂਠ ਬੋਲ ਕੇ ਕਿਸੇ ਨੂੰ ਮੁੱਦਾ ਬਣਾਉਣਾ ਚਾਹੋ ਬਣਾ ਲਓ, ਬਟ ਤਿਰੰਗੇ ਦੇ ਨਾਲ ਕੋਈ ਹੋਰ ਝੰਡਾ ਲਹਿਰਾਉਣਾ ਕਦੀ ਕੋਈ ਅਫੈਂਸ ਨਹੀਂ ਹੈ, ਕਾਨੂੰਨ ਦੇ ਮੁਤਾਬਿਕ ਕੋਈ ਅਫੈਂਸ ਨਹੀਂ ਹੈ। ਤਾਂ ਲਿਖਿਆ ਹੋਇਆ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੋ ਸਕਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੋ ਸਕਦੀ, ਕਿਉਂਕਿ ਸਪਸ਼ਟ ਲਿਖਿਆ ਹੋਇਆ ਹੈ, ਕਾਨੂੰਨ ਬਣਿਆ ਹੈ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਕੋਈ ਇਨਸਲਟ ਨਹੀਂ। ਉਹਨਾਂ ਨੇ ਬਿਲਕੁਲ ਇਹਦੇ ਬਾਰੇ ਨਹੀਂ ਕਿਹਾ। ਉਹਨਾਂ ਨੇ ਤਾਂ ਕਿਹਾ ਜੇ ਤੁਸੀਂ ਤਿਰੰਗੇ ਦੀ ਕੋਈ ਇਨਸਲਟ ਕਰਦੇ, ਉਹਨੂੰ ਉਤਾਰ ਦੇ, ਉਹਨੂੰ ਫਾੜ ਦੇ, ਉਸ 'ਤੇ ਥੁੱਕ ਦੇ, ਉਸ ਨੂੰ ਥੱਲੇ ਪੈਰਾਂ ਥੱਲੇ ਰੋਣ ਦੇ, ਉਹ ਇਨਸਲਟ ਹੁੰਦੀ ਹੈ। ਨਾ ਕਿ ਉਹਦੇ ਨਾਲ ਆਪਣਾ ਕੇਸਰੀ ਨਿਸ਼ਾਨ ਕਰਤਾ, ਉਹ ਤਾਂ ਸਿਰਫ ਝੰਡੇ ਨੂੰ ਸਟਰੈਂਥ ਹੀ ਦੇ ਰਿਹਾ, ਉਹ ਤਾਂ ਆਨਰ ਵਧਾ ਰਿਹਾ ਘਟਾਉਣ ਦੀ ਜਗ੍ਹਾ। ਕੱਲ ਨੂੰ ਹਿੰਦੂ ਧਰਮ ਵਾਲਾ ਵੀ ਝੰਡਾ RSS ਦਾ ਲੱਗ ਜਾਂਦਾ ਉੱਥੇ ਜਾ ਕੇ। ਜੇ ਅੱਜ ਜਿਵੇਂ ਚਰਚਾ ਚੱਲਦੀ ਪਈ ਹੈ ਕਿ ਕੇਸੀ ਝੰਡਾ ਲੱਗਿਆ, ਉਹਦੇ ਨਾਲ ਦੇਸ਼ਦਰੋਹੀ ਦਾ ਵੀ ਬੜੀ ਹੁਣ ਚਰਚਾ ਚੱਲਦੀ ਵੀ ਮੁਕੱਦਮਾ ਦਰਜ ਹੋਣਾ ਚਾਹੀਦਾ, ਲੋਕੀ ਕਹਿ ਵੀ ਦੇ ਨੇ। ਕੱਲ ਨੂੰ RSS ਦਾ ਝੰਡਾ ਲੱਗਦਾ ਹੈ ਜਾਂ ਹਿੰਦੂ ਧਰਮ ਦਾ ਝੰਡਾ ਲੱਗਦਾ ਹੈ, ਕੋਈ ਕਾਰਵਾਈ ਹੋ ਸਕਦੀ ਇਹਨਾਂ 'ਤੇ?
ਮੇਰੇ ਸਾਹਮਣੇ ਤਾਂ ਕਾਨੂੰਨ ਦੇ ਮੁਤਾਬਕ ਨਾ ਇਹਨਾਂ ਤੇ ਹੋ ਸਕਦੀ ਹੈ ਸੀ, ਨਾ RSS ਤੇ ਹੋ ਸਕਦੀ, ਨਾ ਇਹਨਾਂ ਤੇ ਹੋ ਸਕਦੀ ਜਿਨ੍ਹਾਂ ਨੇ ਕੇਸਰੀ ਨਿਸ਼ਾਨ ਚੜਾਇਆ, ਕਿਉਂਕਿ ਆਫੈਂਸ ਹੀ ਨਹੀਂ ਹੈ। ਹਾਂ, ਗਵਰਨਮੈਂਟ ਬਿਲਡਿੰਗ ਜਿਹੜੀ ਕਿ ਸੈਕੂਲਰ ਬਿਲਡਿੰਗ ਹੈ, ਆਰਡੀਨਲੀ ਉਹ 'ਤੇ ਕੋਈ ਹੋਰ ਝੰਡਾ ਹੋਣਾ ਨਹੀਂ ਚਾਹੀਦਾ ਧਰਮ ਦਾ, ਕਿਉਂਕਿ ਉਹ ਧਰਮ ਦਾ ਕੋਈ ਲੈਣਾ ਦੇਣਾ ਨਹੀਂ, ਉਸ ਬਿਲਡਿੰਗ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਬਟ ਮੈਂ ਦੱਸਿਆ ਕਿ ਸਾਡੀ ਆਰਮੀ ਵੀ, ਸਾਡਾ ਜਵਾਨ ਵੀ ਜਦੋਂ ਲੜਾਈ ਦੇ ਮੈਦਾਨ ਵਿੱਚ ਜਾਂਦਾ ਹੈ, ਤਿਰੰਗੇ ਦੇ ਨਾਲ ਆਪਣੇ ਧਰਮ ਦਾ ਝੰਡਾ ਨਾਲ ਲੈ ਕੇ ਜਾਂਦਾ, ਉਹੀ ਨਾਅਰੇ ਲਾਉਂਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਜੈ ਕੌਨਸਟੀਟਿਊਸ਼ਨ, ਉਹ ਕਹਿੰਦਾ ਬੋਲੇ ਸੋ ਨਿਹਾਲ। ਸਿੱਖ ਰੈਜੀਮੈਂਟ ਜਦੋਂ ਵਾਰ ਕਰਦੀ ਹੈ, ਜਦੋਂ ਇੰਸਪਾਇਰ ਹੋ ਕੇ ਲੜਾਈ ਕਰਨ ਜਾਂਦੀ ਹੈ, ਬੋਲੇ ਸੋ ਨਿਹਾਲ ਦੇ ਨਾਰੇ ਲੱਗਦੇ ਨੇ। ਇਸ ਕਰਕੇ ਜਿਹੜਾ ਮੁਲਕ ਵਿੱਚ ਸੋਲਜਰ ਵੀ ਧਰਮ ਨੂੰ ਇਨਵੋਕ ਕਰਕੇ, ਗੁਰੂ ਗੋਬਿੰਦ ਸਿੰਘ ਨੂੰ ਇਨਵੋਕ ਕਰਕੇ ਲੜਨ ਵਿੱਚ ਜਾਂਦਾ ਹੈ, ਜੇ ਉਹਦਾ ਉਸ ਧਰਮ ਦਾ ਇੱਕ ਫਲੈਗ ਇਸ ਹਾਲਾਤ ਵਿੱਚ ਉੱਥੇ ਲੱਗ ਗਿਆ ਹੋਵੇ, ਤੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਨਾ ਤਾਂ ਇਹ ਕ੍ਰਾਈਮ ਤਾਂ ਬਿਲਕੁਲ ਨਹੀਂ ਬਣਦਾ, ਬੇਅਦਬੀ ਵੀ ਬਿਲਕੁਲ ਨਹੀਂ ਬਣਦੀ, ਇਹਦੇ ਵਿੱਚ ਆਫੈਂਸਿਵ ਹੋਣ ਦੀ ਵੀ ਕੋਈ ਲੋੜ ਨਹੀਂ ਹੈ, ਕਿਉਂਕਿ ਕਿਸੇ ਧਰਮ ਨੂੰ ਦੇ ਖਿਲਾਫ ਨਹੀਂ ਲੱਗਾ, ਉਹ ਇੱਕ ਸੈਲੀਬ੍ਰੇਸ਼ਨ ਜੋਏ ਵਿੱਚ ਲੱਗਾ, ਕਿਉਂਕਿ ਉਸ ਧਰਮ ਦੇ ਲੋਕ ਕਿਸਾਨਾਂ ਦੇ ਨਾਲ ਮਿਲ ਕੇ, ਕਿਸਾਨਾਂ ਨੇ ਆਪਣਾ ਝੰਡਾ ਉੱਥੇ ਲਗਾਇਆ। ਜਿਸ ਤਰ੍ਹਾਂ ਕਿਸਾਨ ਐਜੀਟੇਸ਼ਨ ਵਿੱਚ 2 ਝੰਡੇ ਲੱਗੇ ਹੋਏ, ਚਾਹੇ ਨਿਸ਼ਾਨ ਸਾਹਿਬ ਲੱਗਾ ਹੈ, ਚਾਹੇ BKG ਦਾ ਲੱਗਾ, ਇੱਕ ਦੂਜੇ ਨੂੰ ਇਨਸਲਟ ਨਹੀਂ ਕਰ ਰਹੇ, ਇੱਕ ਦੂਜੇ ਨੂੰ ਸਪੋਰਟ ਕਰ ਰਹੇ ਨੇ। ਉੱਥੇ ਤੀਜਾ ਤਿਰੰਗਾ ਵੀ ਲੱਗਾ ਹੋਇਆ, ਜਿੱਦਾਂ ਉਹਨਾਂ ਦੇ ਕਿਸਾਨ ਦੀ ਐਜੀਟੇਸ਼ਨ 3 ਝੰਡੇ ਲੱਗ ਰਹੇ ਨੇ, ਉਸੇ ਤਰ੍ਹਾਂ ਉਹਨਾਂ ਲਾਲ ਕਿਲ੍ਹੇ ਲਾਤੇ। ਲਾਲ ਕਿਲ੍ਹਾ ਲੋਕਾਂ ਦਾ ਹੈ, ਲਾਲ ਕਿਲ੍ਹਾ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਹੈ। ਜੇ ਤੁਸੀਂ ਲਾਲ ਕਿਲ੍ਹਾ ਨਹੀਂ ਖੋਲ੍ਹਣਾ ਚਾਹੁੰਦੇ ਸੀ ਤਾਂ ਤੁਸੀਂ ਗੇਟ ਨਹੀਂ ਸੀ ਖੋਲ੍ਹਣੇ, ਕਿਉਂਕਿ ਲਾਲ ਕਿਲ੍ਹਾ ਹੈ, ਉਹ ਤਾਂ ਫੌਜ ਨੂੰ ਵੀ ਉੱਥੇ ਜਾਣਾ ਬਿਨਾਂ ਪਰਮਿਸ਼ਨ ਤੋਂ ਬਹੁਤ ਮੁਸ਼ਕਿਲ ਹੈਗਾ। ਅਤੇ ਮਗਰ ਤੁਸੀਂ ਤਾਂ ਇੱਕ ਤਰ੍ਹਾਂ ਦਾ ਇਹ ਚਾਲ ਖੇਲੀ, ਤੁਸੀਂ ਤਾਂ ਬਿਲਕੁਲ ਉਹੋ ਜਿਹੀ ਗੱਲ ਕੀਤੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੁਸੀਂ ਆਪ ਹੀ ਕਰਵਾਇਆ ਔਰ ਫਿਰ ਕਿਸੇ ਹੋਰ 'ਤੇ ਬਲੇਮ ਪਾਤਾ। ਇਹਨੂੰ ਅੰਗਰੇਜ਼ੀ 'ਚ ਫਾਲਸ ਫਲੈਗ ਆਪਰੇਸ਼ਨ ਕਹਿੰਦੇ ਆ, ਕਿ ਝੂਠਾ ਝੰਡਾ ਦਾ ਆਪਰੇਸ਼ਨ, ਕਿ ਅਕਸਰ ਲੜਾਈ ਦੇ ਵਿੱਚ ਇਸਤੇਮਾਲ ਹੁੰਦਾ ਕਿ ਤੁਸੀਂ ਕਿਸੇ ਹੋਰ ਕੰਟਰੀ 'ਚ ਕਿਸੇ ਹੋਰ ਕੰਟਰੀ ਦੇ ਫੌਜ ਦੇ ਡਰੈਸਾਂ ਪਾ ਕੇ ਆਪਣੇ ਬੰਦੇ ਭੇਜ ਦਿੰਦੇ ਹੋ, ਉਹ ਪਿੱਛੇ ਸੈਬੋਟੇਜ ਕਰ ਦਿੰਦਾ, ਤੁਹਾਡੇ ਬੰਦਿਆਂ ਨੂੰ ਮਾਰਦਾ, ਫਿਰ ਉਸ ਬਹਾਨੇ ਤੁਸੀਂ ਲੜਾਈ ਸ਼ੁਰੂ ਕਰ ਦਿੰਦੇ। ਅੱਛਾ, ਇੱਕ ਹੋਰ ਬੜੀ ਚਰਚਾ ਬਣੀ ਹੈ ਕਿ PM ਸਾਹਿਬ ਜਿਵੇਂ ਪੂਜਾ ਕਰਦੇ ਨੇ ਸੰਸਦ ਵਿੱਚ ਜਾ ਕੇ, ਕਿ ਸੰਵਿਧਾਨ ਦੇ ਤਹਿਤ ਲਿਖਿਆ ਗਿਆ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਇੱਕ ਪਰਟੀਕੂਲਰ ਕਿਸੇ ਵੀ ਜਾਤ ਦੀ ਜਾਂ ਕਿਸੇ ਵੀ ਧਰਮ ਨੂੰ ਲੈ ਕੇ ਪੂਜਾ ਕਰ ਸਕਦੇ, ਇਹ ਸਹੀ ਕਿ ਗਲਤ ਹੈ? ਪ੍ਰਾਈਮ ਮਿਨਿਸਟਰ ਆਪਣੇ ਘਰ ਕੁਛ ਵੀ ਕਰੇ ਪ੍ਰਾਈਵੇਸੀ ਵਿੱਚ, ਜੇ ਉਹ ਪ੍ਰਾਈਮ ਮਿਨਿਸਟਰ ਦੀ ਕੈਪੈਸਿਟੀ ਪਬਲਿਕ ਵਿੱਚ ਆਉਂਦਾ ਹੈ, ਉਹਨੂੰ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਪਸ਼ਟ ਹੈ। ਸੈਕੂਲਰ ਕੰਟਰੀ ਦੇ ਵਿੱਚ ਕੋਈ ਵੀ ਵੱਡਾ ਜਿਹੜਾ ਸਿੰਬੋਲਿਕ ਪਬਲਿਕ ਸਰਵੈਂਟ ਹੈ, ਉਹਦਾ ਕਿਸੇ ਵੀ ਧਰਮ ਦੇ ਅੱਗੇ ਝੁਕਣਾ ਜਾਂ ਕਿਸੇ ਧਰਮ ਦੀ ਮਦਦ ਕਰਨੀ ਜਾਂ ਕਿਸੇ ਧਰਮ ਦੇ ਖਿਲਾਫ ਬੋਲਣਾ ਬਿਲਕੁਲ ਵਰਜਿਤ ਹੈ, ਪ੍ਰੋਹਿਬਿਟਡ ਹੈ। ਆਪਣੀ ਪ੍ਰਾਈਵੇਸੀ ਵਿੱਚ ਲਿਖਿਆ ਹੈ, ਸੰਵਿਧਾਨ ਕਹਿੰਦਾ, ਸੰਵਿਧਾਨ ਤਾਂ ਸਪੈਸ਼ਲੀ ਕਹਿ ਰਿਹਾ ਕਿ ਸਾਡਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ, ਸਾਰੇ ਧਰਮਾਂ ਦੀ ਅਸੀਂ ਇੱਜ਼ਤ ਕਰਦੇ ਹਾਂ, ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਹਾਂ, ਹਰ ਧਰਮ ਦੇ ਲੋਕ ਸਾਡੇ ਲਈ ਇੱਜ਼ਤ ਹੈ, ਕਿਉਂਕਿ ਸਾਰੇ ਧਰਮ ਦੇ ਵਿੱਚ ਰਸਤੇ ਉਹੀ ਹੈ ਇੱਕ ਰੱਬ ਨੂੰ ਪਹੁੰਚਣ ਦੇ। ਔਰ ਸੰਵਿਧਾਨ ਕਹਿੰਦਾ ਕਿ ਸਾਰੇ ਧਰਮਾਂ ਦਾ ਉਨੇ ਹੱਕ ਹੈ, ਚਾਹੇ ਹਿੰਦੂ ਹੋ, ਚਾਹੇ ਬੁੱਧਿਸਟ ਹੋ, ਚਾਹੇ ਸਿੱਖ ਹੋ, ਚਾਹੇ ਸਾਰੇ ਧਰਮਾਂ ਨੂੰ ਬਰਾਬਰ ਦੇ ਹੱਕ ਹੈ। ਔਰ ਮਗਰ ਸਰਕਾਰ ਕਿਸੇ ਧਰਮ ਲਈ ਨਾ ਖਿਲਾਫ ਜਾਏਗੀ ਤਾਂ ਨਾ ਉਹਦੇ ਹੱਕ ਵਿੱਚ ਰਹੇਗੀ। ਤੇ ਦੂਸਰੇ ਪਾਸੇ ਰਾਸ਼ਟਰਪਤੀ ਨੇ ਵੀ 5 ਲੱਖ ਰੁਪਏ ਦਾ ਚੈੱਕ ਕੱਟ ਕੇ ਦਿੱਤਾ ਹੈ, ਜਿਵੇਂ ਜ਼ਿਕਰ ਹੋ ਰਿਹਾ, ਇਹ ਸਹੀ ਕਿ ਗਲਤ ਹੈ ਕਿ ਰਾਸ਼ਟਰਪਤੀ ਜਾਂ ਕੋਈ ਵੀ ਸਰਕਾਰ ਕਿਸੇ ਜਾਤ ਜਿਸੇ ਧਰਮ ਦੇ ਨਾਂ ਦੇ ਉੱਤੇ ਪੈਸੇ ਦੇ ਸਕਦੀ ਹੈ ਇੱਕ ਚੀਜ਼ ਨੂੰ, ਜਾਂ ਸਾਰਿਆਂ ਨੂੰ ਪੈਸੇ ਦੇਣੇ ਚਾਹੀਦੇ ਨੇ ਵੀ ਕਦੋਂ ਅਲੱਗ-ਅਲੱਗ ਜਗ੍ਹਾ ਦੇ ਧਾਰਮਿਕ ਸਥਾਨ ਬਣਦੇ ਨੇ? ਜਿਹੜਾ ਸਾਡਾ ਇਲੈਕਸ਼ਨ ਕਾਨੂੰਨ ਹੈ, ਉਸ ਧਰਮ ਦੇ ਨਾਮ ਤੇ ਵੋਟਾਂ ਮੰਗਣ ਦੀ ਮਨਾਹੀ ਕਰਦਾ ਹੈ। ਧਰਮ ਦੇ ਨਾਮ ਤੇ ਵੋਟ ਮੰਗਣੀ ਇੱਕ ਅਪਰਾਧ ਹੈ, ਸਜ਼ਾ ਵੀ ਹੋਏਗੀ ਔਰ ਤੁਹਾਡੀ ਇਲੈਕਸ਼ਨ ਰੱਦ ਹੋ ਜਾਏਗੀ। ਜੇ ਇਸ ਦੇਸ਼ ਦਾ ਸੁਪਰੀਮ ਕੋਰਟ ਤਰ੍ਹਾਂ ਕੰਮ ਕਰਦਾ, ਜੇ ਇੱਥੇ ਦਾ ਇਲੈਕਸ਼ਨ ਕਮਿਸ਼ਨ ਆਪਣੇ ਸੰਵਿਧਾਨ ਦੇ ਥੱਲੇ ਕੰਮ ਕਰਦਾ ਹੁੰਦਾ, ਤੇ ਇਸ ਪਾਰਟੀ ਕਦੀ ਬੈਨ ਹੋ ਜਾਣੀ ਸੀ ਕਿ ਨਾ ਧਰਮ ਦੇ ਨਾਮ ਤੇ ਵੋਟਾਂ ਬਣ ਕੇ ਇਲੈਕਸ਼ਨ ਜਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਵਿੱਚ ਇੰਨਾ ਸਪਸ਼ਟ ਲਿਖਿਆ ਹੋਵੇ ਕਾਨੂੰਨ ਵਿੱਚ ਕਿ ਧਰਮ ਦੇ ਨਾਮ ਤੇ ਤੁਸੀਂ ਵੋਟ ਨਹੀਂ ਮੰਗ ਸਕਦੇ, ਤੁਸੀਂ ਸਿੱਧੇ ਸਰੇਆਮ ਰਾਮ ਮੰਦਰ ਦੇ ਨਾਮ ਤੇ ਵੋਟ ਮੰਗ ਰਹੇ ਹੋ। ਤਾਂ ਇਸ ਤੋਂ ਵੱਡੀ ਵਾਇਲੇਸ਼ਨ ਸੰਵਿਧਾਨ ਦੀ, ਰੀਅਲ ਬੇਅਦਬੀ ਸੰਵਿਧਾਨ ਦੀ ਇਹ ਮੌਜੂਦਾ ਸਰਕਾਰ ਕਰ ਰਹੀ ਹੈ, ਮੌਜੂਦਾ ਸਰਕਾਰ ਦੀ ਪਾਰਟੀ ਕਰ ਰਹੀ ਹੈ, ਕਿਉਂਕਿ ਉਹ ਹਰ ਚੀਜ਼ ਧਰਮ ਦੇ ਨਾਮ ਤੇ ਕਰਦੇ ਆ। ਉਹ ਧਰਮ ਦੇ ਨਾਮ ਤੇ ਲੋਕਾਂ ਨੂੰ ਨਫ਼ਰਤ ਕਰਦੇ ਨੇ, ਧਰਮ ਦੇ ਨਾਮ ਤੇ ਲੋਕਾਂ ਨੂੰ ਮੰਦਰਾਂ ਦੀ ਪੂਜਾ ਕਰਦੇ ਆ, ਧਰਮ ਦੇ ਨਾਮ ਤੇ ਪ੍ਰਾਈਮ ਮਿਨਿਸਟਰ ਦੇ ਰਿਹਾ, ਚੈੱਕ ਦੇ ਰਿਹਾ, ਚਾਹੇ ਉਹਦੀ ਪਰਸਨਲ ਕਪੈਸਿਟੀ ਵਿੱਚ ਹੋਵੇ ਤਾਂ ਵੀ ਤਾਂ ਉਹਦਾ ਪਰਸਨਲ, ਦੇਖੋ ਧਰਮ ਤੁਹਾਡਾ ਪਰਸਨਲ ਮਾਮਲਾ, ਤੁਸੀਂ ਜੋ ਮਰਜ਼ੀ ਕਰੋ, ਪਬਲਿਕ ਅਫੇਅਰ ਵਿੱਚ ਧਰਮ ਦਾ ਕੋਈ ਲੈਣਾ ਦੇਣਾ ਨਹੀਂ। ਰਾਸ਼ਟਰਪਤੀ ਨੇ ਕਿੱਦਾਂ ਦੇਖਦੇ ਜਿਹਨਾਂ ਨੇ 5 ਲੱਖ ਦਾ ਚੈੱਕ ਦਿੱਤਾ? ਉਹ ਕਹਿੰਦਾ ਹੋਏਗਾ ਕਿ ਮੈਂ ਆਪਣੀ ਪਰਸਨਲ ਕੰਟਰੀਬਿਊਸ਼ਨ ਦਿੱਤਾ ਹੈ, ਪਰ ਉਹਨੇ ਕਦੀ ਇਹ ਸਪਸ਼ਟ ਨਹੀਂ ਕੀਤਾ ਕਿ ਤੂੰ ਤੂੰ ਰਾਸ਼ਟਰਪਤੀ ਦੇ ਫੰਡਸ ਤੋਂ ਦਿੱਤਾ ਹੈ ਜਾਂ ਆਪਣੀ ਪੇ ਤੋਂ ਦਿੱਤਾ ਹੈ। ਜੇ ਤਾਂ ਆਪਣੀ ਪੇ ਤੋਂ ਦਿੰਦਾ ਤਾਂ ਦੇ ਦਿੰਦਾ, ਫਿਰ ਉਹਨੂੰ ਪਬਲਿਕ ਨਹੀਂ ਸੀ ਕਰਨਾ ਚਾਹੀਦਾ। ਉਹਨੂੰ ਅੱਛਾ ਲੱਗਾ ਨੰਬਰ ਦਾ, ਉਹਨੇ ਆਪਣੇ ਪੈਸੇ ਦਿੱਤੇ, ਬਹੁਤ ਚੰਗੀ ਗੱਲ ਹੈ। ਹਰ ਬੰਦਾ ਆਪਣੇ ਧਰਮ ਦੇ, ਆਪਣੇ ਮੰਦਰਾਂ ਲਈ ਪੈਸੇ ਦਿੰਦਾ, ਬਹੁਤ ਚੰਗਾ। ਅਸੀਂ ਵੀ ਲੰਗਰ ਚਲਾਉਂਦੇ ਹਾਂ, ਮਗਰ ਜੇ ਤੁਸੀਂ ਰਾਸ਼ਟਰਪਤੀ ਹੋ ਕੇ ਪਬਲਿਕਲੀ ਅਨਾਊਂਸ ਕਰਦੇ ਹੋ ਕਿ ਮੈਂ ਰਾਮ ਮੰਦਰ ਲਈ 5 ਲੱਖ ਰੁਪਇਆ ਦੇ ਰਿਹਾ ਹਾਂ, ਔਰ ਇਹ ਸਪਸ਼ਟ ਨਹੀਂ ਕਰਦਾ ਕਿ 5 ਲੱਖ ਤੁਸੀਂ ਪਬਲਿਕ ਫੰਡਸ ਤੋਂ ਦੇ ਰਹੇ ਹੋ, ਪਬਲਿਕ ਫੰਡਸ ਦੇ ਵੀ ਤਾਂ ਬਿਲਕੁਲ ਨਹੀਂ ਦਿੱਤੇ ਜਾ ਸਕਦੇ। ਤੇ ਮਗਰ ਆਪਣੇ ਜੇ ਉਹਨਾਂ ਨੇ ਉੱਦਾਂ ਹੀ ਕਿਸੇ ਕੰਟਰੀਬਿਊਸ਼ਨ ਜਾਂ ਕਿਸੇ ਹੋਰ ਨੇ ਉਹਨੂੰ ਕਿਸੇ ਹੋਰ ਫੰਡ ਤੋਂ ਦਿੱਤੇ ਹੋਣਗੇ
ਤਾਂ ਵੀ ਪਬਲਿਕਲੀ ਡਿਕਲੇਅਰ ਕਰਨਾ ਸੰਵਿਧਾਨ ਦੇ ਖਿਲਾਫ ਹੈ। ਅੱਛਾ, ਸਾਰਿਆਂ ਨਾਲੋਂ ਵੱਡਾ ਸਵਾਲ ਇਹ ਹੋ ਰਿਹਾ ਕਿ ਤੁਹਾਨੂੰ ਵੀ ਲਗਾਤਾਰ ਫੋਨ ਆ ਰਹੇ ਨੇ ਕਿ 26 ਤਰੀਕ ਤੋਂ ਕੁਝ ਨੌਜਵਾਨ ਜਿਹੜੇ ਨੇ ਉਹ ਗਾਇਬ ਨੇ, ਲਗਾਤਾਰ ਬਣੀ ਹੋਈ ਸੀ ਚਰਚਾ, ਤੁਹਾਨੂੰ ਕਾਲਸ ਆ ਰਹੀਆਂ। ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਚੁੱਕ ਲੈਂਦੀ ਹੈ, ਚਾਹੇ ਪੰਜਾਬ 'ਚੋਂ ਦਿੱਲੀ ਗਈ ਸੀ ਨੌਜਵਾਨ, ਪੁਲਿਸ ਦਾ ਪਹਿਲਾ ਕੰਮ ਕੀ ਹੁੰਦਾ? ਪੁਲਿਸ ਦਾ ਪਹਿਲਾ ਇਨਫੋਰਮ ਕਰਨਾ ਕੰਮ ਹੁੰਦਾ ਹੈ, ਕਿਉਂਕਿ ਹਲੇ ਤੱਕ ਵੀ ਕਈ ਨੌਜਵਾਨ ਲਾਪਤਾ ਨੇ। ਦੇਖੋ 1996 ਸੁਪਰੀਮ ਕੋਰਟ ਨੇ ਸਪਸ਼ਟ ਫੈਸਲਾ ਦਿੱਤਾ ਸੀ, ਉਸ ਤੋਂ ਬਾਅਦ ਤੁਸੀਂ ਇਹਨੂੰ ਬਣਾਤਾ ਸੀ, ਤੁਹਾਡਾ ਆਪਣੇ ਕਾਨੂੰਨ ਦੇ ਵਿੱਚ ਤੁਸੀਂ ਆ ਚੁੱਕੇ ਸਾਰੀ ਗੱਲਾਂ, ਕਿ ਜਦੋਂ ਵੀ ਪੁਲਿਸ ਕਿਸੇ ਨੂੰ ਅਰੈਸਟ ਕਰਦੀ ਹੈ ਉਹਨੂੰ ਪਹਿਲਾਂ ਦੱਸਦੀ ਹੈ ਕਿ ਤੁਹਾਨੂੰ ਅਰੈਸਟ ਕਿਉਂ ਕੀਤਾ ਗਿਆ, ਫਿਰ ਇਮੀਡੀਏਟਲੀ ਅਰੈਸਟ ਕਰਨ ਤੋਂ ਬਾਅਦ ਤੁਹਾਨੂੰ ਇਨਫੋਰਮ ਕਰਨਾ ਪੈਂਦਾ ਉਹਦੇ ਨੀਅਰੈਸਟ ਰਿਲੇਟਿਵ ਨੂੰ ਕਿ ਜੀ ਅਸੀਂ ਉਹਨੂੰ ਇਸ ਜ਼ੁਲਮ ਵਿੱਚ ਅਰੈਸਟ ਕਰਕੇ ਜਾ ਰਹੇ ਹਾਂ, ਇਹਨੂੰ ਇੱਥੇ ਲੈ ਕੇ ਜਾ ਰਹੇ ਹਾਂ। ਫਿਰ ਉਹਨੂੰ ਇਹ ਵੀ ਦੱਸਣਾ ਹੈ ਕਿ ਤੈਨੂੰ ਵਕੀਲ ਕਰਨ ਦੀ ਇਜਾਜ਼ਤ ਹੈ, ਜੇ ਤੇਰੇ ਕੋਲ ਆਪਣੀ ਸ਼ਮਤਾ ਨਹੀਂ ਹੈ ਤਾਂ ਤੈਨੂੰ ਸਰਕਾਰ ਦੇ ਖਰਚੇ 'ਤੇ ਨਵਾਂ ਵਕੀਲ ਦੇਵਾਂਗੇ, ਤੂੰ ਦੱਸ ਕਿਹੜਾ ਵਕੀਲ ਚਾਹੀਦਾ ਹੈ। ਇਹ ਤਿੰਨੋਂ ਰਾਈਟ ਦਿੱਲੀ ਪੁਲਿਸ ਨੇ ਵਾਇਲੇਟ ਕੀਤੇ ਹੈ। ਦਿੱਲੀ ਪੁਲਿਸ ਨੇ ਤਾਂ ਇਹ ਵੀ ਨਹੀਂ ਦੱਸ ਰਹੀ FIR ਕਿੰਨੇ ਕੀਤੇ ਹੈ, ਉਹਨਾਂ ਨੂੰ ਅਪਲੋਡ ਨਹੀਂ ਕਰ ਰਹੀ। ਇਹ FIR ਵਿੱਚ ਕੋਈ ਇਹੋ ਜਿਹੀ ਡੇਂਜਰਸ ਪ੍ਰੋਵੀਜ਼ਨ ਨਹੀਂ ਹੈ ਕਿ ਆਫੀਸ਼ੀਅਲ ਸੀਕਰਟ ਐਕਟ ਹੋਵੇ ਜਾਂ ਕੋਈ ਨੇਵੀ ਐਕਟ ਹੋਵੇ ਜਾਂ ਆਰਮੀ ਐਕਟ ਥੱਲੇ ਕੋਈ ਅਪਰਾਧ ਹੋਵੇ ਜਾਂ ਕੋਈ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੋਵੇ। ਇਹ ਸਿੰਪਲੀ ਰਾਈਟਿੰਗ ਦਾ FIR ਹੈ, ਡੈਮੇਜ ਟੂ ਪਬਲਿਕ ਪ੍ਰਾਪਰਟੀ ਦਾ FIR ਹੈ ਔਰ ਐਪੀਡੈਮਿਕ ਐਕਟ ਦਾ FIR ਹੈ। ਇਹਨਾਂ ਵਿੱਚ ਤੁਸੀਂ ਇਹਦੀ ਸੀਕ੍ਰੇਸੀ ਕਿਉਂ ਕਰ ਰਹੇ ਹੋ? ਕਿਉਂਕਿ ਤੁਸੀਂ ਲੋਕਾਂ ਨੂੰ ਤੰਗ ਕਰਨਾ ਚਾਹੁੰਦੇ ਹੋ। ਜਦੋਂ ਪੁਲਿਸ ਲੋਕਾਂ ਨੂੰ ਤੰਗ ਕਰਨਾ ਆਪਣਾ ਧਰਮ ਬਣਾ ਲੈ, ਫਿਰ ਤੁਸੀਂ ਕਹਿੰਦੇ ਆ ਕਿ ਲੋਕੀ ਲਾਅ ਅਬਾਈਡਿੰਗ ਬਣਨ। ਕਿਉਂਕਿ ਲਾਅ ਦਾ ਜੇ ਤੁਸੀਂ ਲੋਕਾਂ ਨੂੰ ਇਹ ਨਹੀਂ ਦੱਸ ਰਹੇ ਕਿ ਤੁਹਾਡੇ ਬੱਚੇ ਨੂੰ ਅਸੀਂ ਅਰੈਸਟ ਕਰ ਰਹੇ, ਤੁਹਾਨੂੰ ਇਨਫੋਰਮ ਨਹੀਂ ਕਰ ਰਹੇ, ਤੁਸੀਂ FIR ਨਹੀਂ ਅਪਲੋਡ ਕਰਦੇ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਨੇ ਕਿੰਨੇ ਬੰਦੇ ਅਰੈਸਟ ਕੀਤੇ ਹੈ, ਤੁਸੀਂ ਇੰਟਰਨੈਟ ਬੰਦ ਕਰ ਰਹੇ ਹੋ ਕਿ ਲੋਕ ਪ੍ਰੋਟੈਸਟ ਨਾ ਕਰਨ ਜਾਂ ਸੰਪਰਕ ਨਾ ਕਰ ਸਕਣ। ਇਹ ਸਾਰੇ ਜਿਹੜੇ ਟੈਕਟਿਕਸ ਹੈ ਦਹਿਸ਼ਤ ਫੈਲਾਉਣ ਵਾਲੇ ਟੈਕਟਿਕਸ ਹੈ। ਜਦੋਂ ਕੋਈ ਕੰਟਰੀ ਆਪਣੇ ਐਨਮੀ ਮੁਲਕ ਵਿੱਚ ਇੱਦਾਂ ਦੇ ਟੈਕਟਿਕਸ ਕਰਦੇ ਹੈ, ਜੇ ਅਸੀਂ ਕੱਲ੍ਹ ਪਾਕਿਸਤਾਨ ਜਾਂ ਹੋਰ ਕੰਟਰੀ ਨੂੰ ਜਿੱਤ ਲਈਏ, ਉਹਨਾਂ ਦੇ ਪਾਪੂਲੇਸ਼ਨ ਨੂੰ ਡਰਾਉਣ ਲਈ ਉਹਨਾਂ ਦਾ ਇੰਟਰਨੈਟ ਬੰਦ ਕਰ ਦਾਂਗੇ, ਰਾਤ ਨੂੰ ਬੰਬ ਸਿੱਟਾਂਗੇ ਅਤੇ ਤਾਂ ਕਿ ਕਿਸੇ ਨੂੰ ਕੁਛ ਨਾ ਪਤਾ ਚੱਲੇ ਕੀ ਹੋ ਰਿਹਾ। ਜੇ ਤੁਸੀਂ ਇਹੋ ਜਿਹਾ ਦਹਿਸ਼ਤ ਦਾ ਮਾਹੌਲ ਆਪਣੇ ਦੇਸ਼ ਵਿੱਚ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸਰਕਾਰ ਕਿਵੇਂ ਹੋ ਸਕਦੇ ਹੋ? ਨਹੀਂ, ਇੰਟਰਨੈਟ ਬੰਦ ਕੀਤਾ ਜਾ ਸਕਦਾ ਜੇ ਪ੍ਰੋਟੈਸਟ ਕੋਈ ਵਿਅਕਤੀ ਕਰ ਰਿਹਾ ਜਾ ਕੇ, ਕੋਈ ਪ੍ਰੋਟੈਸਟ ਸਭ ਨੂੰ ਰਾਈਟ ਹੈ ਬਿਨਾਂ ਵਾਇਲੈਂਸ ਤੋਂ। ਇੰਟਰਨੈਟ ਹੋ ਗਿਆ, ਪਾਣੀ ਹੋ ਗਿਆ, ਬਿਜਲੀ ਹੋ ਗਈ, ਚੀਜ਼ਾਂ ਬੰਦ ਕੀਤੀ ਜਾ ਸਕਦੀਆਂ ਸਰਕਾਰ ਵੱਲੋਂ। ਦੇਖੋ ਜਿਹੜਾ ਰਾਈਟ ਟੂ ਲਾਈਫ ਹੈ ਇਹ ਕਾਨੂੰਨ ਦੇ ਮੁਤਾਬਿਕ ਬੰਦ ਕੀਤਾ ਜਾ ਸਕਦਾ। ਕੋਈ ਕਾਨੂੰਨ ਨਹੀਂ ਇਹਨਾਂ ਨੇ ਬਣਾਇਆ ਕਿ ਇੰਟਰਨੈਟ ਨੂੰ ਬੰਦ ਕੀਤਾ ਜਾ ਸਕਦਾ। ਇੰਟਰਨੈਟ ਨੂੰ ਨਹੀਂ ਬੰਦ ਕੀਤਾ ਕਿਉਂਕਿ ਇਹ ਅੱਜ ਕੱਲ੍ਹ ਪਾਰਟ ਆਫ ਲਾਈਫ ਹੈ। ਤੁਸੀਂ ਕੋਈ ਵੀ ਆਪਣੀ ਨੋਰਮਲ ਜ਼ਿੰਦਗੀ ਨਹੀਂ ਬਸਰ ਕਰ ਸਕਦਾ ਇੰਟਰਨੈਟ ਤੋਂ ਬਗੈਰ। ਤੁਹਾਡੀ ਸਾਰੀ ਇਨਫੋਰਮੇਸ਼ਨ, ਤੁਹਾਡੀ ਸਾਰੀ ਜੌਬ, ਤੁਹਾਡੀ ਪੜ੍ਹਾਈ ਸਾਰੀ ਇੰਟਰਨੈਟ ਦੇ ਥਰੂ ਹੋ ਰਹੀ ਹੈ, ਅੱਜ ਕੱਲ੍ਹ ਸਿੱਧੀ ਹੋ ਰਹੀ ਹੈ। ਇਸ ਕਰਕੇ ਸਰਕਾਰ ਜਿੱਦਾਂ ਪਾਣੀ ਨਹੀਂ ਕਿਸੇ ਦਾ ਬੰਦ ਕਰ ਸਕਦੀ, ਉਸੇ ਤਰ੍ਹਾਂ ਇੰਟਰਨੈਟ ਵੀ ਨਹੀਂ ਬੰਦ ਕਰ ਸਕਦੀ, ਕਿਉਂਕਿ ਰਾਈਟ ਟੂ ਲਾਈਫ ਜੀਵਨ ਦੇ ਅਧਿਕਾਰ ਦੇ ਵਿੱਚ ਹੁਣ ਇੰਟਰਨੈਟ ਪਾਰਟ ਬਣ ਗਿਆ। ਅਤੇ ਉਹ ਔਰ ਇਸ ਵੇਲੇ ਕੋਈ ਕਾਨੂੰਨ ਨਹੀਂ ਹੈ ਜਿਹੜਾ ਸਰਕਾਰ ਨੇ ਪਾਵਰ ਦਿੰਦਾ ਕਿ ਤੁਸੀਂ ਇੰਟਰਨੈਟ ਆਪਣੀ ਮਰਜ਼ੀ ਨਾਲ ਬੰਦ ਕਰ ਦਿਓ। ਤੁਸੀਂ ਪਹਿਲਾਂ ਕੁਛ ਲੋਕਾਂ ਨੂੰ ਤੰਗ ਕਰਦੇ ਹੋ, ਫਿਰ ਤੁਹਾਨੂੰ ਲੱਗਦਾ ਕਿ ਲੋਕੀ ਪ੍ਰੋਟੈਸਟ ਕਰਨਗੇ। ਇਸ ਕਰਕੇ ਇਹ ਉਹੋ ਜਿਹੀ ਗੱਲ ਹੈ ਕਿ ਜਦੋਂ ਚੰਡੀਗੜ੍ਹ ਵਿੱਚ ਕੋਈ ਪ੍ਰੋਟੈਸਟ ਹੋਵੇ ਤੁਸੀਂ ਸਾਰੇ ਚੰਡੀਗੜ੍ਹ ਦੀ ਬਿਜਲੀ ਬੰਦ ਕਰ ਦਿਓ, ਜਾਂ ਸਾਰੇ ਚੰਡੀਗੜ੍ਹ ਨੂੰ ਹਨੇਰੇ 'ਚ ਪਾ ਦਿਓ, ਜਾਂ ਸਾਰੇ ਚੰਡੀਗੜ੍ਹ ਦਾ ਨੈੱਟ ਬੰਦ ਕਰ ਦਿਓ। ਇਹ ਚੀਜ਼ਾਂ ਇਹਨਾਂ ਨੇ ਕਸ਼ਮੀਰ ਤੋਂ ਸਿੱਖੀਆਂ। ਕਸ਼ਮੀਰ ਇੱਕ ਕੋਨੇ ਵੀ ਸੀ, ਮਗਰ ਸਾਰੇ ਦੇਸ਼ ਨੂੰ ਉਦੋਂ ਸਮਝ ਜਾਣਾ ਚਾਹੀਦਾ ਸੀ ਕਿ ਜਦੋਂ ਦੁਰਉਪਯੋਗ ਕੀਤਾ ਇਹਨਾਂ ਨੇ ਇੰਟਰਨੈਟ ਫੈਸਿਲਿਟੀ ਬੰਦ ਕਰਕੇ, ਇਹ ਸਾਰੇ ਦੇਸ਼ 'ਤੇ ਬਾਅਦ ਵਿੱਚ ਕਰਨਗੇ ਔਰ ਮਹਿੰਗਾ ਪੈ ਰਿਹਾ, ਕਿਉਂਕਿ ਇਹ ਸਾਰੀ ਇਕਨੋਮਿਕ ਐਕਟੀਵਿਟੀ ਬੰਦ ਕਰ ਦਿੰਦਾ, ਇਹ ਸਰਕਾਰ ਦੀ ਐਕਟੀਵਿਟੀ ਬੰਦ ਕਰ ਦਿੰਦਾ। ਬਟ ਇਹ ਸਿਰਫ ਦੱਸਦਾ ਕਿ ਕਿੰਨੀ ਡਰੀ ਹੋਈ ਸਰਕਾਰ ਹੈ, ਉਹਨਾਂ ਨੂੰ ਕਿੰਨਾ ਡਰ ਹੈ ਆਪਣੇ ਹੀ ਲੋਕਾਂ ਤੋਂ। ਇਹ ਸਾਰੀ ਸਰਕਾਰ ਕਹਿੰਦੀ ਸੀ ਕਿ ਅਸੀਂ ਨੈਸ਼ਨਲਿਸਟ ਹਾਂ, ਅਸੀਂ ਪਾਕਿਸਤਾਨ ਨੂੰ ਹਰਾਵਾਂਗੇ, ਤਾਂ ਆਪਣੇ ਲੋਕਾਂ ਤੋਂ ਹੀ ਡਰ ਗਏ। ਇਹ ਹੁਣ ਪਾਕਿਸਤਾਨ ਜਾਂ ਚਾਈਨਾ ਦੀ ਤਾਂ ਗੱਲ ਹੀ ਮੁੱਕ ਗਈ। ਇਹ ਤਾਂ ਪੰਜਾਬ ਦੇ ਲੋਕਾਂ ਨੂੰ ਡਰ ਰਹੇ ਹੈ, ਹਰਿਆਣਾ ਦੇ ਲੋਕਾਂ ਨੂੰ ਡਰ ਰਹੇ, ਹੁਣ UP ਦੇ ਲੋਕਾਂ ਤੋਂ ਵੀ ਡਰ ਰਹੇ ਹੈ, ਕੱਲ੍ਹ ਇਹ ਮੱਧ ਪ੍ਰਦੇਸ਼ ਤੋਂ ਵੀ ਡਰਨਗੇ। ਕਿਉਂਕਿ ਜਦੋਂ ਤੁਹਾਡਾ ਹਰ ਐਕਟ ਲੋਕਾਂ ਦੇ ਖਿਲਾਫ ਹੈ, ਕਿਉਂਕਿ ਲੋਕ ਕੀ ਕਹਿ ਰਹੇ, ਲੋਕ ਕਹਿ ਰਹੇ, ਸਿੰਪਲ ਕਹਿ ਰਹੇ ਕਿ ਕਾਨੂੰਨ ਤੁਸੀਂ ਬਣਾਇਆ ਬਿਨਾਂ ਡਿਸਕਸ਼ਨ ਤੋਂ, ਬਿਨਾਂ ਡਿਬੇਟ ਤੋਂ, ਉਸ ਵੇਲੇ ਜਦੋਂ ਸਾਰੇ ਦੇਸ਼ ਵਿੱਚ ਲੋਕੀ ਬੰਦ ਪਏ ਸੀ। ਜੇ ਤੁਸੀਂ ਇਹ ਕਾਨੂੰਨ ਬਣਾ ਵੀ ਲਿਆ, ਹੁਣ ਤੁਹਾਡੇ ਸੁਣ ਕੇ ਵਾਪਸ ਲੈ ਲਓ, ਕਿੰਨੀ ਛੋਟੀ ਜਿਹੀ ਗੱਲ ਹੈ। ਕਿਉਂਕਿ ਅਲਟੀਮੇਟਲੀ ਸਾਰੇ ਕਾਨੂੰਨ ਲੋਕਾਂ ਦੇ ਕੰਸੈਂਟ ਨਾਲ ਹੀ ਹੁੰਦੇ। ਜੇ ਤੁਸੀਂ ਕਾਨੂੰਨ ਬਣਾ ਦਿਓ, ਲੋਕਾਂ ਦਾ ਕੰਸੈਂਟ ਨਹੀਂ ਹੋਗਾ, ਉਹ ਕਾਨੂੰਨ ਕੋਈ ਪਾਲਣਾ ਨਹੀਂ ਹੋਏਗੀ। ਸਾਡੇ ਦੇਸ਼ ਵਿੱਚ ਬਹੁਤ ਕਾਨੂੰਨ ਹੈ ਜਿਹਦੀ ਕੋਈ ਪਾਲਣਾ ਨਹੀਂ ਹੁੰਦੀ, ਚਾਹੇ ਕਾਨੂੰਨ ਹੈ, ਕਿਉਂਕਿ ਕਾਨੂੰਨ ਦੇ ਪਿੱਛੇ ਜਿਹੜਾ ਸੈਂਕਸ਼ਨ ਹੈ, ਲੋਕਾਂ ਦਾ ਕੰਸੈਂਟ ਬਹੁਤ ਜ਼ਰੂਰੀ ਹੈ। ਅੱਛਾ, ਮੇਰੇ ਕੋਲ ਆ ਕੇ ਸਵਾਲ ਹੈ ਕਿ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ, ਇੰਟਰਨੈਟ ਬੰਦ ਕਰ ਦਿੱਤਾ ਜਾਂ ਲਾਲ ਕਿਲ੍ਹੇ ਉੱਤੇ ਕੇਸਰੀ ਝੰਡਾ ਲਹਿਰਾਇਆ ਗਿਆ, ਉਸ ਨੂੰ ਲੈ ਕੇ ਬੜੀ ਚਰਚਾ ਬਣੀ ਕਿ ਦੇਸ਼ ਦੋਹੀ ਦਾ ਮਾਮਲਾ ਦਰਜ ਹੋਣਾ ਚਾਹੀਦਾ, ਕਿਉਂਕਿ ਇੱਥੇ ਲੋਕੀ ਡਰੇ ਵੀ ਹੋਏ ਨੇ ਵੀ ਸਾਡੇ ਬੱਚੇ ਗਾਇਬ ਹੋ ਗਏ ਨੇ, ਨੌਜਵਾਨ ਗਾਇਬ ਹੋ ਗਏ ਨੇ। ਦੋ ਚੀਜ਼ਾਂ ਨੇ, ਕੀ ਸਰਕਾਰ ਉੱਪਰ ਹਾਈ ਕੋਰਟ ਵਿੱਚ ਬੰਦਾ ਜਾਂ ਸੁਪਰੀਮ ਕੋਰਟ ਵਿੱਚ ਜਾ ਸਕਦਾ ਇਹ ਚੀਜ਼ਾਂ ਲੈ ਕੇ ਵੀ ਇੰਟਰਨੈਟ ਬੰਦ ਕਰਤਾ ਲੋਕਾਂ ਦਾ? ਜੇ ਉੱਥੇ ਝੰਡਾ ਲਹਿਰਾਇਆ ਗਿਆ, ਪੁਲਿਸ FIR ਦਰਜ ਕਰਕੇ, ਜਾਂ ਜਿਹੜੀ ਧਾਰਾਵਾਂ ਤੁਸੀਂ ਹੁਣ ਗੱਲ ਕੀਤੀ, ਕੋਵਿਡ ਦੀ ਗੱਲ ਹੋ ਗਈ ਜਾਂ ਡੈਮੇਜ ਕੀਤਾ ਗਿਆ, ਠੀਕ ਹੈ, ਉਹਨਾਂ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਪਰ ਪੁਲਿਸ ਇਹ ਕਰ ਕਿਉਂ ਨਹੀਂ ਰਹੀ? ਜੇ ਕਿ ਦਿੱਲੀ ਪੁਲਿਸ ਦੇ ਖਿਲਾਫ ਸੁਪਰੀਮ ਕੋਰਟ ਵੀ ਜਾਇਆ ਜਾ ਸਕਦਾ ਹੈ, ਕਿ ਸਰਕਾਰ ਦੇ ਖਿਲਾਫ ਸੁਪਰੀਮ ਕੋਰਟ ਜਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਨੈੱਟ ਬੰਦ ਕਰਤਾ, ਲਾਈਟ ਬੰਦ ਕਰਤੀ, ਬਿਜਲੀ ਬੰਦ ਕਰਤੀ? ਬਿਲਕੁਲ ਬਿਲਕੁਲ, ਤੁਹਾਡਾ ਫੰਡਾਮੈਂਟਲ ਰਾਈਟ ਹੈ। ਹੁਣ ਤੁਹਾਡਾ ਇਹ ਸਿੱਧਾ ਤੁਸੀਂ ਜਾ ਸਕਦੇ ਹੋ, ਹਾਈ ਕੋਰਟ ਵੀ ਜਾ ਸਕਦੇ ਹੋ। ਅੰਡਰ RTI ਵੀ ਜੇ ਤੁਸੀਂ ਦਿੱਲੀ ਪੁਲਿਸ ਤੋਂ ਇਨਫੋਰਮੇਸ਼ਨ ਮੰਗੋ
ਕਿ ਕਿੰਨੇ ਲੋਕ ਤੁਹਾਨੂੰ ਚੁੱਕੇ ਤੁਸੀਂ, ਤੇ 48 ਘੰਟੇ 'ਚ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਇਸ ਕਰਕੇ ਵੈਸੇ ਤਾਂ ਉਹਨਾਂ ਦੀ ਆਪ ਹੀ ਡਿਊਟੀ ਹੈ ਤੁਸੀਂ ਹਰ ਪਰਿਵਾਰ ਨੂੰ ਦੱਸਣ, ਮਗਰ ਤੁਸੀਂ ਉਹਦੀ ਉਲੰਘਣਾ ਕਰ ਰਹੇ ਹੋ, ਤੁਸੀਂ RTI ਐਕਟ ਦੀ ਉਲੰਘਣਾ ਕਰ ਰਹੇ ਹੋ। ਫਿਰ ਤੁਸੀਂ ਹਰ ਬੰਦੇ ਦਾ ਜਿਹੜਾ ਉਹਦਾ ਫੰਡਾਮੈਂਟਲ ਰਾਈਟ ਟੂ ਬੇਸਿਕ ਨੈਸੈਸਿਟੀਜ਼ ਲਾਈਫ ਹੈ ਉਹਨੂੰ ਖਤਮ ਕਰ ਰਹੇ ਹੋ। ਜਿੱਥੇ ਲੋਕ ਸਪੋਜ਼ 1 ਲੱਖ ਇਕੱਠੇ ਹੋ ਗਏ ਪ੍ਰੋਟੈਸਟ 'ਤੇ, ਇਹ ਤੁਹਾਡੀ ਡਿਊਟੀ ਹੈ ਕਿ ਉਹਦਾ ਪਾਣੀ ਦਾ ਪ੍ਰਬੰਧ ਕਰੋ, ਇਹ ਤੁਹਾਡੀ ਡਿਊਟੀ ਹੈ ਕਿ ਹਾਈਜਨ ਬਿਮਾਰੀ ਨਾ ਫੈਲੇ ਉਹਨਾਂ ਦੇ ਲਈ ਟਾਇਲਟ ਫੈਸਿਲਿਟੀਜ਼ ਕਰੋ, ਇਹ ਤੁਹਾਡੀ ਡਿਊਟੀ ਹੈ ਕਿ ਉਹਨਾਂ ਲਈ ਬਿਜਲੀ ਦਾ ਪ੍ਰਬੰਧ ਕਰੋ। ਕਿਉਂਕਿ ਪ੍ਰੋਟੈਸਟ ਉਹ ਕਿਸੇ ਦੇਸ਼ ਦੇ ਖਿਲਾਫ ਨਹੀਂ ਕਰ ਰਹੇ, ਉਹ ਆਪਣੇ ਦੇਸ਼ ਵਿੱਚ ਆਪਣੀਆਂ ਮੰਗਾਂ ਲਈ ਆਪਣੀ ਸਰਕਾਰ ਦੇ ਅੱਗੇ ਪ੍ਰੋਟੈਸਟ ਕਰ ਰਹੇ ਆ। ਤਾਂ ਉਹ ਕੋਈ ਇਸ ਕਰਕੇ ਦੁਸ਼ਮਣ ਨਹੀਂ ਬਣ ਜਾਂਦੇ ਕਿਉਂਕਿ ਸਰਕਾਰ ਦੇ ਖਿਲਾਫ ਹੈ। ਦੇਸ਼ ਔਰ ਸਰਕਾਰ ਵਿੱਚ ਬਹੁਤ ਫਰਕ ਹੁੰਦਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਦੇਸ਼ ਹਮੇਸ਼ਾ ਰਹਿੰਦਾ ਹੈ। ਦੇਸ਼ ਦੇ ਸਿੰਬਲਸ ਹਮੇਸ਼ਾ ਇੱਕ ਰਹਿੰਦੇ ਨੇ, ਦੇਸ਼ ਭਗਤੀ ਇੱਕ ਰਹਿੰਦੀ ਹੈ। ਭਗਤੀ ਜਿਹੜੀ ਸਰਕਾਰ ਦੀ ਹੁੰਦੀ ਹੈ ਉਹ ਬੜੀ ਵਾਰੀ ਬਹੁਤ ਘਟੀਆ ਲੋਕ ਵੀ ਕਰਦੇ ਨੇ ਆਪਣੀ ਲਾਲਚਾਂ ਲਈ, ਆਪਣੀ ਚਾਪਲੂਸੀ ਲਈ, ਜਿਹਨੂੰ ਆਪਾਂ ਕਹਿੰਦੇ। ਮਗਰ ਜਿਹੜੇ ਦੇਸ਼ ਭਗਤ ਹੈ ਉਹ ਤਾਂ ਦੇਸ਼ ਲਈ ਜਾਨਾਂ ਵਾਰ ਦਿੰਦੇ ਨੇ। ਔਰ ਅਕਸਰ ਦੇਸ਼ ਭਗਤ ਸਰਕਾਰ, ਮਾੜੀ ਸਰਕਾਰ ਦੇ ਖਿਲਾਫ ਹੁੰਦੇ ਨੇ, ਕਰਪਟ ਸਰਕਾਰ ਦੇ ਖਿਲਾਫ ਹੁੰਦੇ ਨੇ, ਦੁਸ਼ਟ ਸਰਕਾਰ ਦੇ ਖਿਲਾਫ ਹੁੰਦੇ ਨੇ। ਦੇਸ਼ ਭਗਤ ਹੀ ਲੜਦੇ ਨੇ। ਜੇ ਅੱਜ ਬਾਰਡਰ 'ਤੇ ਕੋਈ ਬੈਠਾ ਤਾਂ ਉਹ ਦੇਸ਼ ਭਗਤ ਨੇ ਜਿਹੜੇ ਇਸ ਐਜੀਟੇਸ਼ਨ ਨੂੰ ਅਪੋਜ਼ ਕਰ ਰਹੇ ਨੇ, ਕਿਉਂਕਿ ਮੈਜੋਰਿਟੀ ਲੋਕੀ ਤਾਂ ਇਸ ਐਜੀਟੇਸ਼ਨ ਨੂੰ ਸਪੋਰਟ ਕਰ ਰਹੇ ਨੇ। ਜਿਹੜੇ ਲੋਕ ਮੈਜੋਰਿਟੀ ਦੇ ਖਿਲਾਫ ਹੈ ਉਹ ਕਿਵੇਂ ਠੀਕ ਹੋ ਸਕਦੇ ਨੇ? ਕਿਉਂਕਿ ਸਰਕਾਰ ਤਾਂ ਸਾਰਾ ਕਨਸੈਪਟ ਹੀ ਹੈ ਕਿ ਮੈਜੋਰਿਟੀ ਲੋਕਾਂ ਦੇ ਕੰਸੈਂਟ ਨਾਲ ਸਰਕਾਰ ਚੱਲੇਗੀ। ਅੱਛਾ, ਮੈਂ ਸੌਖੇ ਸ਼ਬਦਾਂ 'ਚ ਪੁੱਛਣਾ ਚਾਹੁੰਦਾ, ਇੱਕ ਆਖਰੀ ਸਵਾਲ ਇਹ ਕਿ ਕੀ ਉੱਥੇ ਕੇਸੀ ਝੰਡਾ ਲਹਿਰਾਉਣ ਦੇ ਨਾਲ ਕੋਈ FIR ਦਰਜ ਹੋ ਸਕਦੀ ਹੈ? ਸਿੰਪਲ ਕੇਸਰੀ ਝੰਡਾ ਦੌਰਾਨ ਦੇ ਲਈ ਕੋਈ FIR ਅੰਡਰ ਦਾ ਨੈਸ਼ਨਲ ਜਿਹੜਾ ਐਕਟ ਹੈ, ਨੈਸ਼ਨਲ ਆਨਰ ਐਕਟ ਹੈ, ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਆਨਰ ਐਕਟ ਦੇ ਥੱਲੇ ਨਹੀਂ ਹੋ ਸਕਦੀ। ਜੇ ਕਿਸੇ ਦਾ ਨੌਜਵਾਨ ਗੁੰਮ ਹੋ ਗਿਆ ਫਿਰ ਤੁਹਾਨੂੰ ਕਿੱਦਾਂ ਕੰਟੈਕਟ ਕੀਤਾ ਜਾ ਸਕਦਾ? ਕਿਉਂਕਿ ਪਹਿਲਾਂ ਵੀ ਦੇਖਿਆ ਕਿ ਤੁਸੀਂ ਕਾਫੀ ਮਦਦ ਕੀਤੀ ਹੈ ਕਈ ਨੌਜਵਾਨਾਂ ਦੀ, ਆਪਾਂ ਦੇਖਦੇ ਹਾਂ ਲੰਮੇ ਸਮੇਂ ਤੋਂ। ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ? ਅਸੀਂ 2 ਟੈਲੀਫੋਨ ਨੰਬਰ ਦਿੱਤੇ ਹੈ, ਵੈਬਸਾਈਟ ਵਿੱਚ ਪਾਤੇ ਹੈ, ਅਤੇ ਉਹਦੇ ਵਿੱਚ ਅਸੀਂ ਕੁਛ ਟੀਮ ਆਫ ਲਾਇਰਸ ਜਿਹੜੇ ਦਿੱਲੀ ਦੇ ਲੋਕਲ ਲਾਇਰਸ ਹੈ, ਕੁਛ ਇੱਥੋਂ ਪੰਜਾਬ ਹਰਿਆਣਾ ਤੋਂ ਗਏ ਹੋਏ ਹੈ, ਉਹਨਾਂ ਨੇ ਉੱਥੇ ਆਪਣਾ ਛੋਟੇ ਟੈਂਪਰੇਰੀ ਆਫਿਸ ਖੋਲ੍ਹੇ ਹੈ। ਉਹ ਕਹਿੰਦੇ ਕਿ ਜੇ ਸਾਨੂੰ ਪਤਾ ਲੱਗ ਜਾਏ ਬੱਚੇ ਦਾ ਨਾਮ, ਉਹਦੀ ਉਮਰ ਜਾਂ ਉਹਦੇ ਫਾਦਰ ਦਾ ਨਾਮ, ਅਤੇ ਕਦੋਂ ਕਿੱਥੇ ਕਿਸ ਏਰੀਆ ਤੋਂ ਉਹਦਾ ਲਾਸਟ ਕੰਟੈਕਟ ਹੋਇਆ ਸੀ, ਅਤੇ ਜੇ ਸਾਨੂੰ ਕੰਸੈਂਟ ਮਿਲ ਜਾਏ ਤਾਂ ਅਸੀਂ ਜਾ ਕੇ ਘੱਟੋ ਘੱਟ ਹਸਪਤਾਲ, ਜੇਲ੍ਹ ਜਾਂ ਪੁਲਿਸ ਸਟੇਸ਼ਨ ਜਾ ਕੇ ਪਤਾ ਲਗਾ ਸਕਦੇ ਆ ਕਿ ਤੁਸੀਂ ਫੜਿਆ ਕਿ ਨਹੀਂ ਫੜੇ। ਅੱਛਾ, ਵੈਬਸਾਈਟ ਦਾ ਨਾਮ ਬੋਲ ਦਿਓ ਜਿੱਥੇ ਤੁਹਾਡਾ ਨੰਬਰ ਮਿਲ ਸਕਦਾ ਹੈ, ਉਹ ਕਿੱਦਾਂ ਕੰਟੈਕਟ ਕੀਤਾ ਜਾਵੇ ਤੁਹਾਨੂੰ? ਮੇਰਾ ਜਿਹੜਾ ਟੈਲੀਫੋਨ ਨੰਬਰ ਅਸੀਂ ਦੋ WhatsApp 'ਤੇ ਭੇਜਿਆ ਹੈ। ਮੇਰਾ ਆਪਣਾ ਟੈਲੀਫੋਨ ਨੰਬਰ ਹੈ 9417012580। ਇੱਕ ਸਾਡੀ ਜਥੇਬੰਦੀ ਸਰਬਜੀਤ ਸਿੰਘ ਵੇਰਕਾ ਹੈ ਅੰਮ੍ਰਿਤਸਰ ਦਾ, ਉਹਨਾਂ ਦਾ ਨੰਬਰ ਹੈਗਾ 9815963563। ਸਰਬਜੀਤ ਸਿੰਘ ਵੇਰਕਾ, ਤੁਸੀਂ ਦੋਨਾਂ 'ਚੋਂ ਕਿਸੇ ਨੂੰ ਵੀ ਕੰਟੈਕਟ ਕਰ ਲਓ ਅਤੇ ਉਹ ਘੱਟੋ ਘੱਟ ਕੋਸ਼ਿਸ਼ ਕਰਨਗੇ ਕਿ ਉਸ ਬੱਚੇ ਲਈ ਜੋ ਉਹਨਾਂ ਲਈ ਕੋਈ ਵਕੀਲ ਢੂੰਡ ਕੇ ਪਤਾ ਕਰਨਗੇ ਕਿਹੜੀ ਜਗ੍ਹਾ 'ਤੇ ਹੈ, ਅਤੇ ਜੇ ਉਹਨੂੰ ਜਿਸ ਤਰ੍ਹਾਂ ਉਹਨੂੰ ਛੁਡਾਉਣਾ ਹੋਏਗਾ ਉਹ ਵੀ ਛੁਡਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਨੂੰ ਮੌਜੂਦ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ RS ਬੈਂਸ, ਜਿਨ੍ਹਾਂ ਨੇ ਸਪਸ਼ਟ ਗੱਲਾਂ ਕਹੀਆਂ ਕਿ ਕੋਈ ਵੀ ਉੱਥੇ ਅਪਮਾਨ ਨਹੀਂ ਹੋਇਆ। ਜੇ ਕੇਸਰੀ ਝੰਡਾ ਲਹਿਰਾਇਆ ਵੀ ਗਿਆ, ਉੱਥੇ ਕੋਈ ਵੀ ਜਾਤ ਦਾ ਵਿਅਕਤੀ ਝੰਡਾ ਲਹਿਰਾ ਸਕਦਾ, ਇਸ ਨੂੰ ਕੋਈ ਵੀ ਦੇਸ਼ਦੋਹੀ ਨਹੀਂ ਮੰਨਿਆ ਜਾਏਗਾ। ਦੂਸਰੇ ਪਾਸੇ ਬਿਲਡਿੰਗ ਜਿਹੜੀ ਹੈਗੀ ਹੈ ਜਿਵੇਂ ਪ੍ਰਾਈਵੇਟ ਹੱਥਾਂ ਵਿੱਚ ਚਲੀ ਗਈ ਹੈ, ਉਹਨਾਂ ਨੇ ਵੀ ਕਿਤੇ ਨਾ ਕਿਤੇ ਜੇ ਲੋਗੋ ਲਗਾਇਆ ਹੈਗਾ, ਕਿਉਂਕਿ ਬਿਲਡਿੰਗ ਜਿਹੜੀ ਕਿ ਪ੍ਰਾਈਵੇਟ ਹੋ ਗਈ ਹੈ, ਅਤੇ ਉਹ ਵੀ ਕਿਤੇ ਨਾ ਕਿਤੇ ਲਿਖਦੇ ਹੀ ਹੋਣਗੇ ਕਿ ਡਾਲਮੀਆ ਭਾਰਤ ਜੋ ਵੀ ਹੈਗਾ ਉਹਦੇ ਵਿੱਚ। ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਕਿਸੇ ਵੀ ਤਰੀਕੇ ਨਾਲ ਕੋਈ ਵਾਪਾ ਨਹੀਂ ਲੱਗ ਸਕਦਾ। ਤੁਰੰਤ ਦਿੱਲੀ ਪੁਲਿਸ ਨੂੰ ਜੇ ਕਿਸੇ ਨੇ ਕੋਈ ਡੈਮੇਜ ਕੀਤਾ ਲਾਲ ਕਿਲ੍ਹੇ ਦੇ ਵਿੱਚ, ਉਸ ਉੱਪਰ FIR ਦਰਜ ਹੋ ਸਕਦੀ ਹੈ। ਝੰਡੇ ਨੂੰ ਲੈ ਕੇ ਕੋਈ ਵੀ ਧਾਰਾ ਉੱਥੇ ਦਰਜ ਨਹੀਂ ਹੋ ਸਕਦੀ। ਇਹ ਸੰਵਿਧਾਨ ਵਿੱਚ ਲਿਖਿਆ, ਕਾਨੂੰਨ ਵੀ ਹੈਗਾ, ਜਿਵੇਂ RS ਬੈਂਸ ਨੇ ਸਾਰੀ ਗੱਲਬਾਤ ਦੱਸੀ ਹੈ। ਤੁਸੀਂ ਕੰਟੈਕਟ ਕਰ ਸਕਦੇ ਹੋ, ਇਹਨਾਂ ਨੂੰ ਨੰਬਰ ਬੋਲ ਦਿੱਤਾ ਗਿਆ। ਜੇ ਕੋਈ ਨੌਜਵਾਨ ਲਾਪਤਾ ਹੈ, ਕੋਈ ਵਿਅਕਤੀ ਨਹੀਂ ਮਿਲ ਰਿਹਾ, ਕੰਟੈਕਟ ਕਰੋ, ਤੁਹਾਡੀ ਮਦਦ ਕਰਨਗੇ। ਕਿਤੇ ਨਾ ਕਿਤੇ ਜਾ ਕੇ ਫਿਰ ਤੁਹਾਡੀ ਵਿਅਕਤੀ ਦੀ ਲੱਭਣ ਦੀ ਵੀ ਮਦਦ ਕਰਨਗੇ। ਦੂਸਰੇ ਪਾਸੇ ਕੋਈ ਵੀ ਵਿਅਕਤੀ ਦਿੱਲੀ ਪੁਲਿਸ ਦੇ ਖਿਲਾਫ ਜਾਣਾ ਚਾਹੁੰਦਾ ਹੈ, ਉਹ ਆਪਣੀ ਸੁਪਰੀਮ ਕੋਰਟ ਵਿੱਚ ਜਾ ਸਕਦਾ ਹੈ, ਗੱਲਬਾਤ ਰੱਖ ਸਕਦਾ ਹੈ। ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ PM ਸਾਹਿਬ, ਕੋਈ ਵੀ PM ਹੈਗੇ ਨੇ ਭਾਰਤ ਦੇ, ਚਾਹੇ ਬਣ ਚੁੱਕੇ ਨੇ ਜਾਂ ਆਉਣ ਵਾਲੇ ਸਮੇਂ ਵਿੱਚ ਬਣਨਗੇ, ਉਹ ਕਿਤੇ ਵੀ ਧਾਰਮਿਕ ਮੁੱਦਿਆਂ ਦੇ ਉੱਤੇ ਲੈ ਕੇ ਕੋਈ ਵੀ ਪੂਜਾ ਜਾਂ ਪਾਠ ਨਹੀਂ ਕਰ ਸਕਦੇ। ਉਹ ਇੰਡੀਵਿਜੂਅਲ ਪ੍ਰਾਈਵੇਟ ਵਿੱਚ ਕਰ ਸਕਦੇ ਨੇ, ਪਰ ਲੋਕਾਂ ਦੇ ਸਾਹਮਣੇ ਆ ਕੇ ਚੀਜ਼ਾਂ ਨਹੀਂ ਕਰ ਸਕਦੇ। ਇਹ ਵੀ ਸੰਵਿਧਾਨ ਦੇ ਵਿੱਚ ਲਿਖਿਆ। ਆਪਾਂ ਨੂੰ ਪਤਾ ਨਾ ਸੰਵਿਧਾਨ ਕਿਸੇ ਪਾਸੇ ਜਾ ਰਿਹਾ। ਕੰਟੈਕਟ ਕਰ ਲਿਆ RS ਬੈਂਸ ਨੂੰ ਜੇ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ, ਕੋਈ ਨੌਜਵਾਨ ਨਹੀਂ ਮਿਲ ਰਿਹਾ।